ਵਾਕਈ ਲੱਗਦਾ ਕਿ ਹੁਣ ਕਿਸਾਨ ਵਾਪਸ ਮੁੜ ਜਾਣਗੇ ਜਾਂ ਫਿਰ ਹਾਲੇ ਵੀ ਚੁਣੌਤੀਆਂ ਵੱਡੀਆਂ ਤੇ ਸਮਾਂ ਪੈ ਸਕਦਾ ਹੈ। ਫਿਰ ਇਹ ਤਿੰਨ ਖੇਤੀ ਕਾਨੂੰਨ ਜਿਹੜੀ ਵਾਪਸੀ ਵਾਲੀ ਪ੍ਰਕਿਰਿਆ ਕਾਨੂੰਨੀ ਤੌਰ ਤੇ ਪੂਰਨ ਹੋ ਜੂਗੀ। ਹਾਂ, ਬਾਕੀ ਮੰਗਾਂ ਤੇ ਦੇਖਣਾ ਵਾ ਵੀ ਉਹ ਐਮਐਸਪੀ ਤੇ ਕੁਝ ਨਹੀਂ ਬੋਲ ਰਹੇ। ਜਿਵੇਂ ਸੀਐਮ ਖੱਟਰ ਜੀ ਦਾ ਕੱਲ ਬਿਆਨ ਆਇਆ ਸੀ ਵੀ ਇਹ ਮਾਹਿਰਾਂ ਦਾ ਕਹਿਣਾ ਵੀ ਇਹ ਗਰੰਟੀ ਕਾਨੂੰਨ ਬਣ ਨਹੀਂ ਸਕਦਾ। ਤਾਂ ਇਹ ਨਹੀਂ ਹੈਗਾ ਵੀ ਕਾਨੂੰਨ ਬਣਾਇਆ ਨਹੀਂ ਜਾਂਦਾ। ਸਰਕਾਰ ਇਸ ਗੱਲ ਤੋਂ ਤਾਂ ਭੱਜ ਰਹੀ ਹੈ। ਇਹ ਤੋਂ ਗਾਂ ਸਾਰੇ ਦੇਸ਼ ਵਿੱਚ ਜਿਹੜੇ ਕੇਸ ਪਏ ਹੋਏ ਆ, ਛੋਟੀ ਮੰਗ ਹੈ ਭਾਵੇਂ ਇਹਦਾ ਐਲਾਨ ਕਰ ਦੇਣ ਇੱਕ ਤਰਫਾ, ਕੀ ਸਮੱਸਿਆ ਹੈਗੀ ਹੈ। ਉਹਨਾਂ ਦੀ ਦੁਕਾਨਦਾਰੀ ਖੇਤੀ ਕਾਨੂੰਨ ਵਾਲੇ ਮਸਲੇ ਤੇ ਫੇਲ ਹੋਈ ਆ ਵੀ ਅੱਜ ਤੱਕ ਉਹਨੂੰ ਸਹੀ ਕਹਿੰਦੇ ਆਏ, ਜਾਇਜ਼ ਕਹਿੰਦੇ ਆਏ, ਹੁਣ ਮਾਫੀ ਵੀ ਮੰਗਣੀ ਪਈ ਤਾਂ ਵਾਪਸੇ ਵੀ ਹਟਣਾ ਪੈ ਗਿਆ। ਆ ਮਾਓਵਾਦੀ ਆ ਖਾਲਿਸਤਾਨੀਆਂ ਕੀ ਕੁਛ ਨਹੀਂ ਕਿਹਾ, ਉਹ ਗੱਲਾਂ ਕਹੀਆਂ ਜਿਹੜੀਆਂ ਕਹੀਆਂ ਨਹੀਂ ਜਾਣੀਆਂ ਚਾਹੀਦੀਆਂ। ਹਾਂ, ਮੇਰੇ ਖਿਆਲ ਉਹ ਸੱਚਾਈ ਨਹੀਂ ਦੱਸਦੇ। ਉਹਨਾਂ ਨੂੰ ਚਾਹੀਦਾ ਵੀ ਅੰਬਾਨੀ ਅਡਾਨੀ ਹੋਣੀ ਉਹਨਾਂ ਕੋਲੇ ਰੋਂਦੇ ਹੋਣਗੇ ਕਾਰਪੋਰੇਟ ਵਾਲੇ ਵੀ ਭਾਈ ਸਾਡੀ ਗੱਲ ਪੁੱਗੀ ਨਹੀਂ ਹੈਗੀ। ਰਾਜਸਥਾਨ ਦੇ ਹਾਈ ਕੋਰਟ ਤੇ ਭਾਜਪਾ ਦਾ ਝੰਡਾ ਝਾੜਿਆ, ਕਿਸੇ ਮੀਡੀਆ ਨੂੰ ਇਤਰਾਜ਼ ਹੋਇਆ ਜਾਂ ਕੋਈ ਕੇਸ ਹੋਏ? ਕੋਈ ਐਸਾ ਵੀ ਨਹੀਂ ਹੋਇਆ ਜਿਹੜਾ ਗੈਰ ਕਾਨੂੰਨੀ ਸੀ। ਭਾਵੇਂ ਨਹੀਂ ਹੋਣਾ ਚਾਹੀਦਾ ਤਾਂ ਰਲਿਆਂ ਤੇ ਹਮਲਾ ਕਿਵੇਂ ਹੁੰਦਾ ਹੁੰਦਾ? ਰਲਿਆਂ ਤੇ ਤਾਂ ਕੋਈ ਹਮਲਾ ਨਹੀਂ ਨਾ ਕਰਦਾ ਹੁੰਦਾ ਵੀ ਆਪਦੇ ਗੁੰਡੇ ਲਿਆਵੇ, ਫੋਰਸ ਦੇ ਵਿੱਚ ਹਮਲਾ ਕਰੇ, ਹੰਝੂ ਗੈਸ ਮਾਰੇ। 307 ਦੇ ਹੋਣ ਚਾਹੇ ਦੇਸ਼ ਭਰ ਵਿੱਚ, ਹਰਿਆਣੇ 'ਚ ਬੜੇ ਕੇਸ ਪਾਏ ਨੇ, ਯੂਪੀ 'ਚ ਵੀ ਕੇਸ ਬੜੇ ਨੇ, ਸਾਰੇ ਕੇਸ ਰਿਮੂਵ ਹੋਣੇ ਚਾਹੀਦੇ ਆ। ਠੀਕ ਆ, ਅਸੀਂ ਤਾਂ ਕਹਿੰਦੇ ਵੀ ਉਹਦੇ ਲਈ ਸਾਨੂੰ ਕਮਿਟਮੈਂਟ ਹੋਣਾ ਚਾਹੀਦਾ। ਕਿਸਾਨੀ ਸੰਘਰਸ਼ ਨੂੰ 1 ਸਾਲ ਪੂਰਾ ਹੋ ਗਿਆ। ਉਮੀਦ ਇਹ ਲੱਗ ਰਹੀ ਹੈ ਕਿ ਹੁਣ ਜਲਦ ਹੀ ਇਸ ਮਸਲੇ ਦਾ ਹੱਲ ਹੋ ਜਾਏਗਾ, ਪਰ ਬਹੁਤ ਸਾਰੀਆਂ ਹਾਲੇ ਵੀ ਅੜਚਨਾਂ ਨੇ, ਬਹੁਤ ਸਾਰੀਆਂ ਹਾਲੇ ਵੀ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਇਹ ਮੋਰਚਾ ਕਿੰਨਾ ਸਮਾਂ ਹੋਰ ਚੱਲੇਗਾ, ਕਿਉਂਕਿ ਸਰਕਾਰ ਦੇ ਨਾਲ ਗੱਲਬਾਤ ਹਾਲੇ ਪੂਰਨ ਤੌਰ ਦੇ ਉੱਤੇ ਤੈਅ ਨਹੀਂ ਹੋ ਸਕੀ। ਸਰਕਾਰ ਨੇ ਇਹ ਜ਼ਰੂਰ ਐਲਾਨ ਕਰ ਦਿੱਤਾ ਕਿ ਖੇਤੀ ਕਾਨੂੰਨ ਅਸੀਂ ਰੱਦ ਕਰਨ ਜਾ ਰਹੇ ਹਾਂ, ਪਰ ਇਸ ਤੋਂ ਇਲਾਵਾ ਮਸਲਾ ਐਮਐਸਪੀ ਨੂੰ ਲੈ ਕੇ ਅੜਿਆ ਹੋਇਆ ਹੋਰ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਬਾਬਤ ਹਾਲੇ ਤੱਕ ਸਰਕਾਰ ਦੇ ਨਾਲ ਸਿੱਧੀ ਕੋਈ ਗੱਲਬਾਤ ਨਹੀਂ ਹੋ ਸਕੀ। ਹਾਲਾਂਕਿ ਮੀਟਿੰਗਾਂ ਦਾ ਦੌਰ ਜਿਹੜਾ ਉਹ ਆਪਸ ਦੇ ਵਿੱਚ ਜਾਰੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਫੈਸਲੇ ਲਏ ਜਾਣੇ ਆ, ਪਰ ਉਸ ਤੋਂ ਪਹਿਲਾਂ ਕੀ ਕੁਝ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੋਚਦੀ ਹੈ, ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਆਪਣਾ ਇੱਥੇ ਮੋਰਚਾ ਜਿਹੜਾ ਲਗਾਇਆ ਗਿਆ ਸੀ ਇਹ ਬਾਕੀ ਜਥੇਬੰਦੀਆਂ ਤੋਂ ਬਿਲਕੁਲ ਵੱਖ ਮੋਰਚਾ ਸੀਗਾ। ਹਾਲਾਂਕਿ ਇਹ ਦਿੱਲੀ ਵਾਲੇ ਪਾਸੇ ਜਿਹੜੀ ਸੜਕ ਜਾਂਦੀ ਹੈ ਉਹਦੇ ਸਭ ਤੋਂ ਮੂਹਰੇ ਬੈਠੇ ਹੋਏ ਆ। ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਬਹੁਤ ਸਾਰੀਆਂ ਚੁਣੌਤੀਆਂ ਆਈਆਂ, ਉਹਦੇ ਬਾਵਜੂਦ ਵੀ ਇਹ ਇਸ ਜਗ੍ਹਾ ਦੇ ਉੱਤੇ ਡਟੇ ਰਹੇ ਆ। ਸਰਵਨ ਸਿੰਘ ਪੰਧੇਰ ਸਾਡੇ ਨਾਲ ਨੇ, ਉਹਨਾਂ ਦੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਕੀ ਲੱਗਦਾ ਉਹਨਾਂ ਨੂੰ ਕਿ ਵਾਕਿਆ ਹੀ ਮਸਲੇ ਦਾ ਹੱਲ ਹੁਣ ਹੋ ਗਿਆ। ਵਾਕਿਆ ਹੀ ਲੱਗਦਾ ਕਿ ਹੁਣ ਕਿਸਾਨ ਵਾਪਸ ਮੁੜ ਜਾਣਗੇ ਜਾਂ ਫਿਰ ਹਾਲੇ ਵੀ ਚੁਣੌਤੀਆਂ ਵੱਡੀਆਂ ਤੇ ਸਮਾਂ ਪੈ ਸਕਦਾ। ਸਭ ਤੋਂ ਪਹਿਲਾਂ ਪੰਧੇਰ ਸਾਹਿਬ ਸਵਾਗਤ ਹੈ ਜੀ ਚੈਨਲ ਤੇ। ਧੰਨਵਾਦ ਜੀ, ਧੰਨਵਾਦ। ਪੰਧੇਰ ਸਾਹਿਬ, ਕੀ ਲੱਗਦਾ ਹੁਣ ਪ੍ਰਧਾਨ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਖੇਤੀ ਕਾਨੂੰਨ ਅਸੀਂ ਰੱਦ ਕਰਨ ਜਾ ਰਹੇ ਹਾਂ, ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਉਹਦੇ ਵਿੱਚ ਇਹ ਕਾਨੂੰਨ ਵਾਪਸੀ ਨੂੰ ਲੈ ਕੇ ਜਿਹੜੇ ਬਿੱਲ ਪੇਸ਼ ਕਰ ਦਿੱਤੇ ਜਾਣਗੇ ਜੀ, ਲੱਗਦਾ ਮਸਲੇ ਦਾ ਹੱਲ ਹੋ ਗਿਆ ਜਾਂ ਫਿਰ ਹਾਲੇ ਰੁਕਣਾ ਪਊਗਾ ਹੋਰ? ਦੇਖੋ, ਜਿੱਥੋਂ ਤੱਕ ਖੇਤੀ ਕਾਨੂੰਨਾਂ ਦਾ ਸਵਾਲ ਆ ਉਹਦੇ 'ਚ ਤਾਂ ਹੈਗਾ ਵੀ ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ ਜੀ ਦੇ ਸਾਈਨ ਤੋਂ ਬਾਅਦ ਨੋਟੀਫਿਕੇਸ਼ਨ, ਫਿਰ ਇਹ ਤਿੰਨ ਖੇਤੀ ਕਾਨੂੰਨ ਜਿਹੜੀ ਵਾਪਸੀ ਵਾਲੀ ਪ੍ਰਕਿਰਿਆ ਕਾਨੂੰਨੀ ਤੌਰ ਤੇ ਪੂਰਨ ਹੋ ਜੂਗੀ। ਹਾਂ, ਬਾਕੀ ਮੰਗਾਂ ਤੇ ਦੇਖਣਾ ਵਾ ਵੀ ਉਹ ਐਮਐਸਪੀ ਤੇ ਕੁਝ ਨਹੀਂ ਬੋਲ ਰਹੇ। ਜਿਵੇਂ ਸੀਐਮ ਖੱਟਰ ਜੀ ਦਾ ਕੱਲ ਬਿਆਨ ਆਇਆ ਸੀ ਵੀ ਇਹ ਮਾਹਿਰਾਂ ਦਾ ਕਹਿਣਾ ਵੀ ਇਹ ਗਰੰਟੀ ਕਾਨੂੰਨ ਬਣ ਨਹੀਂ ਸਕਦਾ। ਮੇਰੇ ਖਿਆਲ ਇਹ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ, ਇਹੋ ਜਿਹੀ ਕੋਈ ਗੱਲ ਨਹੀਂ ਕਿ ਬਣ ਨਹੀਂ ਸਕਦਾ। ਕੇਰਲਾ ਸਰਕਾਰ ਨੇ ਇਹ ਤੋਂ ਪਹਿਲਾਂ ਬਣਾਇਆ ਹੋਇਆ, ਉਹਨਾਂ 16-17 ਫਸਲਾਂ ਤੇ ਘੱਟੋ ਘੱਟ ਗਰੰਟੀ ਕਾਨੂੰਨ ਦਿੱਤਾ ਹੋਇਆ, ਤਾਂ ਉਹਨਾਂ ਨੂੰ ਬਜਟ 'ਚੋਂ ਪੈਸੇ ਵੀ ਨਹੀਂ ਕੋਲਾਉਣੇ ਪੈ ਰਹੇ, ਤਾਂ ਘੱਟੋ ਘੱਟ ਲਾਗਤ ਖਰਚਾ ਕਿਸਾਨ ਨੂੰ ਮਿਲ ਰਿਹਾ, ਚਲੋ ਮੁਨਾਫਾ ਨਹੀਂ ਮਿਲ ਰਿਹਾ। ਤਾਂ ਇਹ ਨਹੀਂ ਹੈਗਾ ਵੀ ਕਾਨੂੰਨ ਬਣਾਇਆ ਨਹੀਂ ਜਾਂਦਾ। ਸਰਕਾਰ ਇਸ ਗੱਲ ਤੋਂ ਤਾਂ ਭੱਜ ਰਹੀ ਆ। ਬਾਕੀ ਸੋਧ ਬਿੱਲ, ਬਿਜਲੀ ਵਾਲਾ ਤੇ ਪੋਲੂਸ਼ਨ ਐਕਟ ਬਾਰੇ ਪਹਿਲੋਂ ਤੋਮਰ ਜੀ ਕਹਿ ਗਏ ਸੀਗੇ ਵੀ ਇਹ ਅਸੀਂ ਮੰਨ ਰਹੇ ਕਿਸਾਨਾਂ ਦੀ ਮੰਗ, ਤਾਂ ਉਹ 'ਚ ਸੰਸ਼ੋਧਨ ਕਰਨਾ ਵਾ ਪੋਲੂਸ਼ਨ ਐਕਟ ਦੇ ਵਿੱਚ, ਤਾਂ ਸੰਸ਼ੋਧਨ ਪਾਰਲੀਮੈਂਟ 'ਚ ਹੋ ਸਕਦਾ, ਕਿਸਾਨ ਨੂੰ ਬਾਹਰ ਕੱਢ ਦੇਣ, ਕੰਮ ਨਿਬੜ ਜੇ। ਤਾਂ ਬਾਕੀ ਉਹ ਦੂਜੀ ਜਿਹੜੀ ਚੀਜ਼ ਹਜੇ ਹੈ ਹੀ ਨਹੀਂ ਗੀ, ਉਹਦੇ ਬਾਰੇ ਬੋਲ ਦੇਣ ਪਾਰਲੀਮੈਂਟ ਜਾਂ ਕੋਈ ਸ਼ਵਾਸ਼ਨ ਵੀ ਅਸੀਂ ਲੈ ਕੇ ਨਹੀਂ ਆਉਂਦੇ, ਇੱਕ ਪ੍ਰਕਿਰਿਆ ਸਿਰੇ ਲੱਗ ਜੂਗੀ, ਰਹਿ ਜੂ। ਬਾਕੀ ਸੈਕੰਡ ਲਾਈਨ ਦੀਆਂ ਮੰਗਾਂ ਆ ਜਾਂਦੀਆਂ ਜਿਹੜੀ ਇਸ ਮੋਰਚੇ ਦੀ ਉਪਜ ਹੈਗੀਆਂ ਨੇ, ਜਿਵੇਂ ਲਖੀਮਪੁਰ ਖੀਰੀ ਆ,
ਉਹ ਅਜੇ ਮਿਸ਼ਰਾ ਜੀ ਅਜੇ ਵੀ ਮੰਤਰੀ ਮੰਡਲ ਚ ਨੇ, 120 ਦਾ ਉਹਨਾਂ ਦੇ ਪਰਚਾ ਵਾ, ਕੋਈ ਉਹਦੇ ਬਾਰੇ ਸਪਸ਼ਟ ਨਹੀਂ ਕਰ ਰਹੇ। ਸਾਡੇ ਬੰਦੇ 4 ਨਜਾਇਜ਼ 302 ਦੇ ਕੇਸਾਂ ਚ ਅੰਦਰ ਕੀਤੇ ਹੋਏ ਆ। ਇਹ ਦੋਗਾਂ ਸਾਰੇ ਦੇਸ਼ ਵਿੱਚ ਜਿਹੜੇ ਕੇਸ ਪਏ ਹੋਏ ਆ, ਛੋਟੀ ਮੰਗ ਹੈ ਭਾਵੇਂ ਇਹਦਾ ਐਲਾਨ ਕਰ ਦੇਣ ਇੱਕ ਤਰਫਾ, ਕੀ ਸਮੱਸਿਆ ਹੈਗੀ ਆ ਤਾਂ ਮੁਆਵਜ਼ੇ ਦੀ ਗੱਲ ਹੈ, ਸ਼ਹੀਦ ਪਰਾਂ ਨੂੰ ਸਮਾਰਕ ਦੀ ਗੱਲ ਹੈ, ਤੇ ਜਿਹੜੇ ਇਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਹਾਲੇ ਰਹਿ ਰਹੀਆਂ ਨੇ। ਤਾਂ ਇੱਕ ਜਿੱਤ ਵਾਲੇ ਪਾਸੇ ਤਾਂ ਅਸੀਂ ਵੱਧ ਹੀ ਰਹੇ ਹਾਂ, 2-4 ਦਿਨ ਚ ਸਿਰੇ ਲੱਗ ਜੂਗੀ MSP ਗਰੰਟੀ ਕਾਨੂੰਨ ਵਾਲੀ, ਤੇ ਬਹੁਤ ਵੱਡੀ ਜਿੱਤ ਹੋਊਗੀ। ਕੱਲਾ ਇਹਦੇ ਵਿੱਚ ਇਹ ਕਿਸਾਨਾਂ ਮਜ਼ਦੂਰਾਂ ਦੀ ਮੋਦੀ ਸਰਕਾਰ ਦੇ ਵਿਰੋਧੀ ਜਿੱਤ ਨਹੀਂ ਹੋਊਗੀ, ਇਹ ਕਾਰਪੋਰੇਟ ਪੱਖੀ ਪਾਲਿਸੀ ਜਾਂ ਵਿਸ਼ਵ ਵਪਾਰ ਸੰਸਥਾ ਦੀ ਨੀਤੀ ਦੇ ਨਾਲ ਜਿਹੜੀਆਂ ਇਹ ਗੱਲਾਂ ਲੈ ਕੇ ਆਈਆਂ ਗਈਆਂ ਸੀਗੀਆਂ ਉਹਦੇ ਵਿਰੁੱਧ ਵੀ ਜਿੱਤ ਹੈਗੀ ਆ। ਤਾਂ ਇਹ ਪੱਖ ਹੈਗੇ ਆ। ਬਾਕੀ ਹਜੇ ਜਿਹੜੀਆਂ ਮੰਗਾਂ ਰਹਿਣਗੀਆਂ, ਦੇਖਦੇ ਹਾਂ ਸਰਕਾਰ ਕੀ ਗੱਲ ਕਰਦੀ। ਜੇ ਸਰਕਾਰ ਉਸ ਮਸਲੇ ਤੇ ਕੁਝ ਲਟਕਾਣ ਪਾਉਂਦੀ ਹੈ, ਸਰਕਾਰ ਇਹ ਕਹਿੰਦੀ ਹੈ ਕਿ ਆਪਾਂ ਕੁਝ ਸਮੇਂ ਦੇ ਵਿੱਚ ਇਹਦਾ ਕੋਈ ਹੱਲ ਕਰ ਦਾਂਗੇ, ਥੋੜਾ ਸਮਾਂ ਜਿਹੜਾ ਸਾਨੂੰ ਦੇ ਦਿੱਤਾ ਜਾਏ, ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਨੂੰ ਭਰੋਸਾ ਕਰਕੇ ਉੱਠ ਜਾਣਾ ਚਾਹੀਦਾ ਹੈ ਜਾਂ ਫਿਰ ਹਾਲੇ ਮੋਰਚੇ ਦੇ ਉੱਤੇ ਡਟੇ ਰਹਿਣ? ਕਿਉਂਕਿ ਸਰਕਾਰ ਦੇ ਜੇਕਰ ਬੋਲ ਵੀ ਦਿੱਤੇ ਆ ਕੁਝ, ਤੇ ਬਾਅਦ ਦੇ ਵਿੱਚ ਹੋ ਸਕਦਾ ਕਿ ਉਹਨਾਂ ਤੇ ਮੁੱਕਰ ਨਾ ਜਾਣ। ਪੱਕੀ ਗੱਲ ਆ ਜੀ, ਇਹ ਤਾਂ ਸਮਝੌਤਾ ਕਰਕੇ ਮੁੱਕਰ ਜਾਂਦੇ। ਠੀਕ ਹੈ ਜੀ, ਹੁਣ ਪਾਰਲੀਮੈਂਟ 'ਚ ਰਿਮੂਵ ਹੋ ਜਾਣੇ ਨੇ ਬਿੱਲ, ਉਹਦੇ 'ਚ ਤਾਂ ਦੁਬਾਰਾ ਲਿਆਉਣਗੇ ਤੇ ਪਤਾ ਲੱਗ ਜੂ। ਕਿਸੇ ਗੱਲ ਤੇ ਹਾਕਮਾਂ ਦੀ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਨਾ ਕਰਨਾ ਹੀ ਚਾਹੀਦਾ। ਉਹ ਕਿਉਂ? ਕਿਉਂਕਿ ਇਹਨਾਂ ਨੇ ਬਹੁਤ ਗੱਲਾਂ ਪਹਿਲਾਂ ਵੀ ਕਹੀਆਂ, ਸਵੈਮ ਮੋਦੀ ਜੀ ਦੀਆਂ ਵੀਡੀਓ 2014 ਤੋਂ ਪਹਿਲਾਂ ਵਾਲੀਆਂ ਕੱਢ ਲਓ। ਅਸੀਂ ਤਾਂ MSP ਦਾ ਗਰੰਟੀ ਕਾਨੂੰਨ ਮੰਗਦੇ ਆ। ਉਹ ਕਹਿੰਦੇ ਸੀ ਵੀ ਤੁਹਾਨੂੰ ਜਿਹੜਾ ਵਾ C2 ਫਾਰਮੂਲੇ ਅਨੁਸਾਰ ਬੀਜ ਦਾ, ਖਾਦਾਂ ਦਾ, ਦਵਾਈਆਂ ਦਾ, ਡੀਜ਼ਲ ਦਾ, ਸਾਰਿਆਂ ਦਾ ਖਰਚਾ ਜੋੜ ਕੇ ਮੁਨਾਫੇ ਵਾਲਾ ਭਾਅ ਦਾਂਗੇ। ਤਾਂ ਉਹ ਕਿਤੇ ਨਾ, ਉਹ ਤਾਂ ਸਗੋਂ ਸਾਡੀ ਫਸਲਾਂ ਦੀ ਖਰੀਦ ਬੰਦ ਕਰਕੇ ਖੇਤੀ ਸੈਕਟਰ ਵੇਚ ਦੇਣ ਲੱਗੇ ਸੀ। ਤਾਂ ਐਨ ਐਗਜ਼ੈਕਟ ਉਹਦੇ ਵਿਰੋਧ ਕਰਦੇ ਨੇ ਜੋ ਕੁਝ ਉਹ ਕਿਹਾ ਜਾਂਦਾ ਵਾ। ਤਾਂ ਇਸ ਕਰਕੇ ਉਹਨਾਂ ਦੇ ਵਿਚਾਰ ਨਹੀਂ ਕੀਤਾ ਜਾਂਦਾ। ਸੋ ਜੋ ਕੁਝ ਇਸ ਮੋਰਚੇ ਵਿੱਚ ਜਿਹੜਾ ਇਤਿਹਾਸਕ ਮੋਰਚਾ ਵਾ, ਇਹ ਬਾਰ-ਬਾਰ ਤਾਂ ਲੱਗ ਹੀ ਨਹੀਂ ਜਾਣਾ। ਅੱਜ ਅਸੀਂ ਇਹਨੂੰ ਸਮਾਪਤ ਕਰ ਦਿੰਦੇ ਆ ਤਾਂ ਇਹ ਵਾਪਸ ਚਲਿਆ ਜਾਂਦਾ, ਕੱਲ੍ਹ ਨਹੀਂ ਲੱਗ ਜਾਣਾ। ਪਰ ਇਹ ਵੀ ਕੋਈ ਅਣਖ ਦਾ ਸਵਾਲ ਨਹੀਂ ਹੈ ਵੀ ਦੂਸਰਾ ਪੱਖ ਵੀ ਜੇ ਸਾਰੀਆਂ ਸਾਡੀਆਂ ਮੰਗਾਂ ਮੰਨ ਲੈਂਦੇ ਆ, ਭਾਵੇਂ ਮੀਟਿੰਗ ਕਰਨ ਤੇ ਭਾਵੇਂ ਨਾ ਕਰਨ, ਅਸੀਂ ਜਾਣ ਨੂੰ ਤਿਆਰ ਹਾਂ। ਪਰ ਗੱਲ ਹੈ ਵੀ ਜਿਹੜੀਆਂ ਇਸ ਮੋਰਚੇ ਵਿੱਚ ਕੁਝ ਵੀ ਨਵੀਂ ਮੰਗ ਨਹੀਂ ਪਾਈ ਗਈ, ਵੀ ਜਿਹੜੀਆਂ ਜੋ ਸ਼ੁਰੂਆਤ ਦੀਆਂ ਮੰਗਾਂ ਸੀ ਉਹੀ ਅਸੀਂ ਰੱਖੀਆਂ ਹੋਈਆਂ। ਹੁਣ ਬਾਕੀ ਕੀ ਕੁਝ ਸਰਕਾਰ ਕਰਦੀ ਆ, ਉਹਦੇ ਅਕੋਰਡਿੰਗਲੀ ਅੱਡ-ਅੱਡ ਸਮਿਆਂ 'ਚ ਮੀਟਿੰਗਾਂ, ਚਰਚਾ ਹੁੰਦੀ ਹੈ, ਫਿਰ ਉਹਦੇ ਅਨੁਸਾਰ ਮੌਕੇ ਮੁਤਾਬਕ ਫੈਸਲੇ ਕੀਤੇ ਜਾਣਗੇ। ਕੀ ਲੱਗਦਾ ਤੁਹਾਡੀਆਂ ਰਿਪੋਰਟਾਂ ਕੀ ਕਹਿੰਦੀਆਂ ਗਈਆਂ ਕਿ ਮੋਰਚੇ ਦੇ ਜਿਹੜੇ ਲੋਕ ਹੈ, ਮੋਰਚੇ ਦੇ ਜਿਹੜੇ ਆਗੂ ਨੇ, ਜੋ 32 ਜਥੇਬੰਦੀਆਂ ਉੱਧਰ ਬੈਠੀਆਂ, ਉਹ ਕੀ ਸੋਚਦੀਆਂ ਕਿ ਹਾਲੇ ਸਾਨੂੰ ਚਲੇ ਜਾਣਾ ਚਾਹੀਦਾ ਹੈ ਜਾਂ ਫਿਰ ਹਾਲੇ ਬੈਠਣਾ ਚਾਹੀਦਾ ਹੈ, ਇਸ ਮੋਰਚੇ ਨੂੰ ਹੋਰ ਲੰਬਾ ਲੈ ਕੇ ਜਾਈਏ, ਸਾਡੀਆਂ ਹੋਰ ਮੰਗਾਂ ਨੇ ਵੱਧ ਤੋਂ ਵੱਧ ਜਿਹੜੀਆਂ ਉਹ ਮਨਵਾ ਲਈਆਂ ਜਾਣ? ਕੀ ਲੱਗਦਾ ਤੁਹਾਨੂੰ, ਕੀ ਲੱਗਦਾ? ਦੇਖੋ, ਜਿਹੜਾ ਬਿਆਨਬਾਜ਼ੀ ਜਾਂ ਜਿਹੜੇ ਬਾਹਰ ਨਿਕਲ ਕੇ ਮੀਡੀਆ ਥਰੂ ਆ ਰਿਹਾ, ਸਾਰੇ ਹੀ ਚਾਹੁੰਦੇ ਆ ਵੀ MSP ਗਰੰਟੀ ਕਾਨੂੰਨ ਤੇ ਲੜਿਆ ਜਾਣਾ ਚਾਹੀਦਾ। ਚੰਗਾ ਪੱਖ ਹੈ, ਹੁਣ ਅੰਦਰ ਕੀ ਕੋਈ ਮਨ 'ਚ ਹੈਗਾ ਇਹਦੇ ਬਾਰੇ ਕੁਝ ਸਪਸ਼ਟ ਨਹੀਂ ਕਿਹਾ ਜਾ ਸਕਦਾ। ਤਾਂ ਸਾਨੂੰ ਲੱਗਦਾ ਵਾ, ਸਾਡੀ ਆਪਦੀ ਰਾਏ ਆ ਵੀ MSP ਗਰੰਟੀ ਕਾਨੂੰਨ ਤੇ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ। ਵਜ੍ਹਾ ਵੀ ਜੇ ਪ੍ਰਧਾਨ ਮੰਤਰੀ ਜੀ ਯੂਪੀ ਵਾਲੀਆਂ ਸੱਤਾ ਵਾਲੀ ਗੱਲ ਤੋਂ ਪਿਛਾਂ ਹਟੇ ਨੇ, ਜਿਹੜੀ ਗੱਲ ਆਪਾਂ ਉਹਨਾਂ ਨੂੰ ਸਮਝਾਉਣ 'ਚ ਨਾਕਾਮਯਾਬ ਰਹੇ ਤੇ ਵੋਟ ਵਾਲੀ ਚੋਟ ਨੇ ਉਹਨਾਂ ਨੂੰ ਸਮਝਾ ਦਿੱਤੀ ਆ, ਪਿਛਾਂ ਹਟ ਗਏ ਨੇ, ਜਾਂ ਹੋਰ ਫੈਕਟਰ ਵੀ ਹੋ ਸਕਦੇ ਆ, ਤਾਂ ਉਹ ਯੂਪੀ ਵਾਲਾ ਫੈਕਟਰ ਹਾਲੇ ਕਿਹੜਾ ਖਤਮ ਹੋ ਗਿਆ? ਠੀਕ ਹੈ ਜੀ, ਤਾਂ ਉਹ ਪ੍ਰੈਸ਼ਰ ਬਣਾ ਕੇ ਤੁਹਾਡੀ ਸਿਆਣਪ ਹੁੰਦੀ ਹੈ ਵੀ ਜੋ ਕੁਝ ਤੁਸੀਂ ਕਿਸੇ ਮੋਰਚੇ 'ਚੋਂ ਆਪਦੇ ਕਿਸਾਨਾਂ ਮਜ਼ਦੂਰਾਂ ਲਈ ਲੈ ਸਕਦੇ ਹੋ, ਸਾਨੂੰ ਲੈਣਾ ਚਾਹੀਦਾ। ਭਾਜਪਾ ਤਾਂ ਕਹਿੰਦੀ ਕਿ ਅਸੀਂ ਕਿਸਾਨਾਂ ਦੇ ਪ੍ਰਤੀ ਸੰਵੇਦਨਸ਼ੀਲ ਹਾਂ, ਇਸ ਕਰਕੇ ਅਸੀਂ ਇਹ ਫੈਸਲਾ ਲਿਆ ਕਿ ਕਿਸਾਨਾਂ ਨੂੰ ਮੁਸ਼ਕਲਾਂ ਨਾ ਆਉਣ, ਕਿਸਾਨ ਜਿਹੜੇ ਨੇ ਉਹ ਦਿੱਕਤਾਂ ਦਾ ਸਾਹਮਣਾ ਨਾ ਕਰਨ, ਉਹਨਾਂ ਦੀ ਜਿਹੜੀ ਆਮਦਨ ਹੈ ਉਹ ਉਹਨਾਂ ਨੂੰ ਫਾਇਦਾ ਮਿਲੇ, ਜਾਂ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਸੀ ਤੇ ਕਾਨੂੰਨ ਅਸੀਂ ਸਾਨੂੰ ਵਾਪਸ ਲੈ ਲੈਣੇ ਚਾਹੀਦੇ ਆ। ਉਹ ਸੰਵੇਦਨਸ਼ੀਲ ਸੀ ਕਿਸਾਨਾਂ ਪ੍ਰਤੀ, ਸੀ ਤਾਂ ਫੈਸਲਾ ਇਹ ਵਾਪਸ ਲੈ ਲਿਆ। ਹੁਣ ਦੇਖੋ, ਮੈਨੂੰ ਲੱਗਦਾ ਹੈ ਤਾਂ ਇਹ ਸੱਚ ਹੈ ਵੀ ਲੋਕਾਂ ਦੇ ਦਬਾਅ 'ਚ ਫੈਸਲਾ ਵਾਪਸ ਲੈਣਾ ਪਿਆ, ਕਿਉਂਕਿ ਪ੍ਰੈਸ਼ਰ ਇੰਨਾ ਸੀ, ਸੱਤਾ ਜਾ ਰਹੀ ਆ। ਸੈਕੰਡਲੀ ਹੈਗੇ ਆ ਪ੍ਰਧਾਨ ਮੰਤਰੀ ਜੀ, ਉਹ 14-15 ਮਿੰਟ ਬੋਲੇ ਤੇ 12-13 ਮਿੰਟ ਤੇ ਸਫਾਈਆਂ ਦੇਣ 'ਚ ਬੋਲ ਗਏ। ਠੀਕ ਹੈ ਜੀ, ਤਾਂ ਉਹ ਕਹਿੰਦੇ ਇੱਕ ਨੈਰੇਟਿਵ ਪੂਰੇ ਸੋਸ਼ਲ ਮੀਡੀਆ ਤੇ ਵੀ ਦੇਸ਼ ਟੁੱਟ ਜਾਣਾ ਸੀ, ਅਸੀਂ ਦੇਸ਼ ਨੂੰ ਬਚਾਉਣ ਲਈ ਫੈਸਲਾ ਕਰ ਲਿਆ, ਜਾਂ ਕੋਈ ਨਹੀਂ ਫਿਰ ਇੱਕ ਵਾਰੀ ਜਾ ਲੈਣ ਦਿਓ, ਫਿਰ ਅਸੀਂ ਦੁਬਾਰਾ ਕਾਨੂੰਨ ਲਿਆਵਾਂਗੇ। ਲਿਆ ਕੇ ਤਾਂ ਦੇਖੋ, ਤਾਂ ਚੀਜ਼ਾਂ ਤਾਂ ਹੋਰ ਬਾਹਰ ਆ ਰਹੀਆਂ। ਚੰਗੀ ਗੱਲ ਹੈ ਜੇ ਤੁਸੀਂ ਕਿਸਾਨ ਦੀ ਭਲਾਈ ਲਈ, ਕਿਸਾਨ ਦੀ ਆਵਾਜ਼ ਦਾ ਸਨਮਾਨ ਕਰਦੇ ਹੋ, ਬੁਰਾਈ ਨਹੀਂ ਹੈ। ਤਾਂ ਫਿਰ ਇਹ ਚੰਗਿਆਈ ਹੋਰ ਕਰ ਲਓ, MSP ਗਰੰਟੀ ਦਾ ਕਾਨੂੰਨ ਦੇ ਦਿਓ, ਬੁਰਾਈ ਕੀ ਹੈਗੀ? ਤਾਂ ਇਹ ਵੀ ਤਾਂ ਦੇਸ਼ ਦੇ ਹੱਕ 'ਚ ਫੈਸਲਾ ਹੈਗਾ। ਬਾਕੀ ਰਹਿੰਦੀਆਂ ਮੰਗਾਂ ਤੇ ਵੀ ਹਾਂ ਪੱਖੀ ਰਵੱਈਆ ਬਣਾਓ, ਬੁਰਾਈ ਕੀ ਇਹਦੇ 'ਚ? ਅਸ਼ਵਨੀ ਸ਼ਰਮਾ ਆਖਦੇ ਆ, ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ, ਹੁਣ ਕਿਸਾਨ ਆਗੂ ਤਾਂ ਨਹੀਂ ਉੱਠਣਾ ਚਾਹੁੰਦੇ ਕਿਉਂਕਿ ਇਹਦੇ ਨਾਲ ਉਹਨਾਂ ਦੀ ਦੁਕਾਨਦਾਰੀ ਬੰਦ ਹੋ ਜਾਣੀ ਹੈ, ਇਸੇ ਕਰਕੇ ਉਹ ਵਾਪਸ ਨਹੀਂ ਮੁੜਦੇ। ਦੇਖੋ,
ਸਵਾਲ ਨਹੀਂ ਹੈਗਾ ਇਹੋ ਜਿਹਾ, ਨਾ ਦੁਕਾਨਦਾਰੀ ਪਹਿਲੋਂ ਸੀਗੀ। ਅਸਲ ਭਾਜਪਾ ਨੂੰ ਅਸਲੀਅਤ ਸਾਹਮਣੇ ਆ ਰਹੀ ਹੈ। ਉਹਨਾਂ ਦੀ ਦੁਕਾਨਦਾਰੀ ਖੇਤੀ ਕਾਨੂੰਨ ਵਾਲੇ ਮਸਲੇ ਤੇ ਫੇਲ ਹੋਈ ਆ ਵੀ ਅੱਜ ਤੱਕ ਉਹਨੂੰ ਸਹੀ ਕਹਿੰਦੇ ਆਏ, ਜਾਇਜ਼ ਕਹਿੰਦੇ ਆਏ। ਹੁਣ ਮਾਫੀ ਵੀ ਮੰਗਣੀ ਪਈ ਤਾਂ ਵਾਪਸੇ ਵੀ ਹਟਣਾ ਪੈ ਗਿਆ। ਤਾਂ ਸਵਾਲ ਹੈਗਾ ਵੀ ਜਿਹੜੀ ਗੱਲ ਤੁਸੀਂ ਕਹਿਤੀ ਉਹੀ ਪੂਰੀ ਹੋਵੇ, ਇਹ ਨਹੀਂ ਹੈਗਾ। ਜੇ ਕਿਸਾਨਾਂ ਵਾਲੀਆਂ ਮੰਗਾਂ ਤੁਸੀਂ ਸਾਰੀਆਂ ਹੀ ਪੂਰੀਆਂ ਕਰ ਲਓ ਤਾਂ ਕੋਈ ਧਿਰ ਇੱਥੇ ਬੈਠੀ ਰਹੇ, ਫਿਰ ਤੁਹਾਡਾ ਇਹ ਜਵਾਬ ਵਾਜਬ ਹੋ ਸਕਦਾ ਵੀ ਬਾਕੀ ਹਜੇ ਜਦੋਂ ਮੰਗਾਂ ਲਟਕ ਰਹੀਆਂ ਨੇ ਉਹਦੇ ਵਿੱਚ ਕੋਈ ਵੀ ਨਵੀਂ ਮੰਗ ਅਸੀਂ ਇਨਕਲੂਡ ਨਹੀਂ ਕੀਤੀ। ਤੇ ਤੁਸੀਂ ਇਹ ਗੱਲਾਂ ਜਿਹੜੀਆਂ ਫਿਰ ਪਹਿਲੋਂ ਵੀ ਭਾਜਪਾ ਨਾ ਤਾਂ ਸਾਨੂੰ ਫੁੱਲ ਪਾਉਂਦੀ ਸੀ, ਨਾ ਸਾਡੇ ਪ੍ਰਤੀ ਕਦੇ ਤਾਂ ਹਾਂ ਪੱਖੀ ਰਵੱਈਆ ਸੀਗਾ। ਸਾਡੇ ਖਿਲਾਫ ਜਿਵੇਂ ਸਾਡੇ 700 ਦੇ ਕਰੀਬ ਸ਼ਹਾਦਤਾਂ ਹੋਈਆਂ, ਕੀ ਸਾਨੂੰ ਬੋਲਿਆ ਨਹੀਂ ਗਿਆ ਵੀ ਨਕਸਲੀ ਆ, ਮਾਓਵਾਦੀ ਆ, ਖਾਲਿਸਤਾਨੀ ਆ, ਕੀ ਕੁਛ ਨਹੀਂ ਕਿਹਾ। ਉਹ ਗੱਲਾਂ ਕਹੀਆਂ ਜਿਹੜੀਆਂ ਕਹੀਆਂ ਨਹੀਂ ਜਾਣੀਆਂ ਚਾਹੀਦੀਆਂ। ਤਾਂ ਹੁਣ ਉਹ ਕਿਹੜੇ ਪੱਖ ਤੋਂ ਸਾਨੂੰ ਚੰਗਾ, ਹੁਣ ਤਾਂ ਜ਼ਖਮੀ ਨੇ ਵੀ ਕਿਸਾਨ ਮਜ਼ਦੂਰ ਲਹਿਰ ਨੇ ਇੱਕ ਜ਼ਖਮ ਦਿੱਤਾ ਵਾ ਉਹਨਾਂ ਨੂੰ ਵੀ ਉਹਨਾਂ ਨੂੰ ਪਿੱਛੇ ਹਟਣਾ ਪਿਆ। ਤੋ ਬਸ ਇੱਕ ਵਿਰੋਧੀ ਵਜੋਂ ਉਹਨਾਂ ਦਾ ਬਿਆਨ ਹੈ, ਇੱਕ ਚੰਗੇ ਸਿਆਣੇ ਲੀਡਰ ਵਜੋਂ ਬਿਆਨ ਨਹੀਂ ਹੈ। ਸੁਰਜੀਤ ਕੁਮਾਰ ਜਾਨੀ ਕਹਿੰਦੇ ਆ ਕਿ ਖੇਤੀ ਕਾਨੂੰਨ ਚੰਗੇ ਸੀਗੇ, ਇਹਨਾਂ ਨੇ ਦਬਾਅ ਬਣਾ ਕੇ ਜਿਹੜਾ ਉਹ ਰੱਦ ਕਰਵਾ ਲਏ ਆ, ਸਰਕਾਰ ਨੂੰ ਕਰਨੇ ਪਏ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਦੇਖਿਓ ਰੋਇਆ ਕਰਨਗੇ ਕਿ ਖੇਤੀ ਕਾਨੂੰਨ ਜੇਕਰ ਲਾਗੂ ਹੋ ਜਾਂਦੇ ਤੇ ਸਾਨੂੰ ਬੜਾ ਫਾਇਦਾ ਹੋਣਾ ਸੀਗਾ। ਪਰ ਕਿਸਾਨਾਂ ਨੇ ਉਹਨਾਂ ਨੂੰ ਕਿਸਾਨ ਆਗੂ ਜਿਹੜੇ ਆ ਉਹਨਾਂ ਨੇ ਕਿਸਾਨਾਂ ਨੂੰ ਪਿੱਛੇ ਹਾਸ਼ੀਏ ਵੱਲ ਧੱਕ ਦਿੱਤਾ। ਹਾਂ, ਮੇਰੇ ਖਿਆਲ ਉਹ ਸੱਚਾਈ ਨਹੀਂ ਦੱਸਦੇ। ਉਹਨਾਂ ਨੂੰ ਚਾਹੀਦਾ ਵੀ ਅੰਬਾਨੀ ਅਡਾਨੀ ਹੋਣੀ ਉਹਨਾਂ ਕੋਲੇ ਰੋਂਦੇ ਹੋਣਗੇ ਕਾਰਪੋਰੇਟ ਵਾਲੇ ਵੀ ਭਾਈ ਸਾਡੀ ਗੱਲ ਪੁੱਗੀ ਨਹੀਂ ਹੈਗੀ। ਤਾਂ ਇਹ ਹੁਣ ਦਬਾਅ ਹੋਊਗਾ। ਕਿਸਾਨਾਂ ਦਾ ਇਸ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਕਿਸਾਨੀ ਨਹੀਂ ਰਹਿਣੀ ਹੈਗੀ ਇਹਨਾਂ ਕਾਨੂੰਨ। ਜਿੰਨਾ ਮੁਲਕਾਂ ਵਿੱਚ ਕਾਨੂੰਨ ਲਾਗੂ ਹੋਏ, ਅਮਰੀਕਾ, ਯੂਰਪ, ਉੱਥੇ ਦੇਖ ਲਓ ਕਿੰਨੇ ਕੁ ਲੋਕ ਖੇਤੀ ਕਰ ਰਹੇ ਨੇ। ਖੇਤੀ ਸੈਕਟਰ ਸਾਰਾ ਉਜਾੜ ਕੇ ਰੱਖਤਾ, ਸਾਰਾ ਕਾਰਪੋਰੇਟ ਦੇ ਪੱਖ ਵਿੱਚ ਹੈ। ਸੋ ਉਹਨਾਂ ਦੀਆਂ ਦਲੀਲਾਂ ਪਹਿਲੋਂ ਜਿਹੜੀਆਂ ਵਾ ਖਾਰਜ ਹੋ ਚੁੱਕੀਆਂ, ਨਾ ਦੇਸ਼ ਨੇ ਮੰਨੀਆਂ ਨਾ ਲੋਕਾਂ ਨੇ ਮੰਨੀਆਂ। ਬਸ ਕਹਿੰਦਾ ਵਾ ਵੀ ਪੰਜਾਬੀ 'ਚ ਕਹਿ ਦਈਏ ਵੀ ਰੱਸੀ ਸੜ ਗਈ ਆ, ਵਲ ਨਹੀਂ ਗਏ। ਹੋਰ ਤਾਂ ਬਾਕੀ ਕੋਈ ਗੱਲ ਨਹੀਂ ਹੈਗੀ। ਭਾਜਪਾ ਵਾਲੇ ਅਕਸਰ ਕਹਿੰਦੇ ਸੀ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਆਪਣੇ ਬਿਆਨਾਂ ਦੇ ਵਿੱਚ ਕਿ ਅਸੀਂ 117 ਸੀਟਾਂ ਤੇ ਪੰਜਾਬ ਦੇ ਵਿੱਚ ਚੋਣ ਲੜਾਂਗੇ ਔਰ ਜਿੱਤਾਂਗੇ ਵੀ, ਸਾਨੂੰ ਲੋਕ ਹੰਗਾਰਾ ਵੀ ਦੇਣਗੇ। ਕੀ ਲੱਗਦਾ ਹੈ ਹੁਣ ਮਸਲੇ ਦਾ ਹੱਲ ਹੋ ਜਾਣਾ ਹੈ ਤੇ ਵਾਕਿਆ ਹੀ ਉਹ ਹੰਗਾਰਾ ਜਿਹੜਾ ਮੋਦੀ ਸਰਕਾਰ ਨੂੰ ਮਿਲੂਗਾ ਜਾਂ ਭਾਜਪਾ ਨੂੰ ਮਿਲੂਗਾ? ਕਿਉਂਕਿ ਇੱਕ ਪਾਸੇ ਕਿਸਾਨਾਂ ਦੀਆਂ ਸ਼ਹੀਦੀਆਂ ਵੀ ਹੋਈਆਂ, ਬਹੁਤ ਸਾਰੀਆਂ ਕਿਸਾਨਾਂ ਨੇ ਇੱਥੇ ਮੁਸ਼ਕਲਾਂ ਵੀ ਝੱਲੀਆਂ, ਕਈ ਮੁਸੀਬਤਾਂ ਉਹਨਾਂ ਨੂੰ ਝੱਲਣੀਆਂ ਪਈਆਂ। ਤਾਂ ਉਹ ਲੋਕ ਭੁਲਾ ਦੇਣਗੇ ਔਰ ਇੱਕ ਵਾਰ ਫਿਰ ਇਹ ਚੀਜ਼ ਯਾਦ ਰੱਖਣਗੇ ਕਿ ਭਾਈ ਸਰਕਾਰ ਨੇ ਸਾਡੀ ਗੱਲ ਮੰਨ ਲਈ ਹੈ ਤੇ ਹੁਣ ਅਸੀਂ ਸਰਕਾਰ ਨੂੰ ਵੋਟਾਂ ਪਾ ਦਈਏ, ਭਾਜਪਾ ਨੂੰ ਵੋਟਾਂ ਪਾ ਦਈਏ। ਦੇਖੋ, ਪਹਿਲੀ ਗੱਲ ਤਾਂ ਜੇ ਮੋਰਚਾ ਚੱਲ ਰਿਹਾ, ਫਿਲਹਾਲ ਤਾਂ ਜਿਹੜੇ ਫੈਸਲੇ ਪਹਿਲੋਂ ਹੋਏ ਜਿਉਂ ਦੇ ਤਿਉਂ ਆ। ਸਾਡੇ ਨਾਲ ਸਾਰੀਆਂ ਗੱਲਾਂ ਤੋਂ ਨਿਬੜ ਜਾਂਦੇ ਨੇ। ਫਿਰ ਕਿਹਨੂੰ ਵੋਟ ਪਾਉਣੀ ਕਿਹਨੂੰ ਨਹੀਂ ਪਾਉਣੀ ਇਹ ਲੋਕਾਂ ਦਾ ਨਿੱਜੀ ਮਸਲਾ। ਸਾਡੀ ਤਾਂ ਵੈਸੇ ਨਿੱਜੀ ਰਾਏ ਵਾ ਜਥੇਬੰਦਕ ਤੌਰ ਤੇ ਵੀ ਜੋ ਕੁਝ ਜਿਨ੍ਹਾਂ ਨੇ ਸਾਡੇ ਨਾਲ ਆਹ ਕੁਝ ਕੀਤਾ ਉਹਨਾਂ ਨੂੰ ਭੁਲਾਉਣਾ ਨਹੀਂ ਚਾਹੀਦਾ। ਜੋ ਕੁਝ ਵੀ ਸਾਡੇ ਨਾਲ ਹੋਇਆ, ਜਿਵੇਂ ਸਾਨੂੰ ਨਾਲੀ ਦੇ ਕੀੜਿਆਂ ਤੱਕ, ਮਵਾਲੀ, ਪਤਾ ਨਹੀਂ ਕੀ ਕੁਝ ਬੋਲ-ਬਾਲ ਦਿੱਤਾ ਸਾਡੇ ਵਿਰੁੱਧ, ਤੇ ਜਿਨ੍ਹਾਂ ਨੇ ਇੰਨੇ ਜ਼ਖਮ ਦਿੱਤੇ ਹੋਣ, ਸੁਸ਼ੀਲ ਕਾਂਜਲਾ ਵਰਗੇ ਕੁੱਟ-ਕੁੱਟ ਕੇ ਮਾਰੇ ਹੋਣ, ਲਖੀਮਪੁਰ ਤੇ ਗੱਡੀਆਂ ਚੜਾਈਆਂ ਹੋਣ, ਸਾਨੂੰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਠੀਕ ਹੈ, ਉਹਨਾਂ ਨੂੰ ਜ਼ਰੂਰ ਯਾਦ ਦਿਵਾਉਣਾ ਚਾਹੀਦਾ ਵੀ ਅਸੀਂ ਇੰਨੇ ਭੁਲੱਕੜ ਨਹੀਂ ਹੈਗੇ ਭਈ ਸਾਨੂੰ ਐਡੀ ਛੇਤੀ ਨਹੀਂ ਚੀਜ਼ਾਂ ਭੁੱਲ ਜਾਣੀਆਂ। ਮਸਲੇ ਦਾ ਹੱਲ ਹੋ ਗਿਆ ਕਿ ਸਰਵਨ ਸਿੰਘ ਪੰਧੇਰ ਜਾਂ ਉਹਨਾਂ ਦੀ ਜਥੇਬੰਦੀ ਚੋਣਾਂ ਲੜੇਗੀ, ਇਲੈਕਸ਼ਨ ਜਿਹੜਾ ਉਹ 2022 ਦੇ ਵਿੱਚ ਜਿਹੜਾ ਆ ਰਿਹਾ ਉਸ ਦੇ ਵਿੱਚ ਸ਼ਾਮਲ ਹੋਊਗੀ? ਦੇਖੋ, ਸਾਡੀ ਜਥੇਬੰਦੀ ਦਾ ਸੰਵਿਧਾਨ ਆ, ਵਿਧਾਨ ਆ, ਆਪਾਂ ਪਿੱਛੇ ਵੀ ਕਦੇ ਵੀ ਨਾ ਤਾਂ ਕਿਸੇ ਦੀ ਸਪੋਰਟ ਕਰਦੇ ਨਾ ਇਲੈਕਸ਼ਨ ਵਿੱਚ ਖੜਦੇ ਹੈਗੇ। ਅਸੀਂ ਤੇ ਵਿਵਸਥਾ ਨੂੰ ਬਦਲਣ ਵਾਲੀ ਪੋਜੀਸ਼ਨ ਤੇ ਹੈਗੇ ਆ। ਬਾਕੀ ਕਿਸੇ ਨੇ ਇਲੈਕਸ਼ਨ ਲੜਨੀ, ਅਸੀਂ ਕਹਿੰਦੇ ਸਾਡੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਓ। ਤੇ ਇਹ ਆ ਸਾਡਾ ਪੈਂਤੜਾ ਮੱਲਾ। ਅਸੀਂ ਇਲੈਕਸ਼ਨ ਵਾਲੀ ਗੱਲ ਤੇ ਕਦੀ ਨਹੀਂ ਜਾਂਦੇ ਹੈਗੇ। ਅਸੀਂ ਜਿਹੜੇ ਲੋਕ ਮੁੱਦੇ ਰਹਿ ਗਏ ਨੇ, ਜੇ ਮਸਲੇ ਪੂਰਨ ਤਰ੍ਹਾਂ ਹੱਲ ਹੋ ਜਾਂਦੇ ਨੇ, ਜਿਹੜੇ ਕੋਈ ਮੁੱਦੇ ਰਹਿ ਜਾਣੇ ਨੇ ਪੰਜਾਬ ਦੇ, ਹੁਣ ਦੇਸ਼ ਦੇ, ਉਹਨਾਂ ਮੁੱਦਿਆਂ ਨੂੰ ਲੈ ਕੇ ਫਿਰ ਸਰਗਰਮ ਹੋਵਾਂਗੇ। ਕਿਸਾਨ ਮਜ਼ਦੂਰ ਦੀ ਗੱਲ ਕਰਾਂਗੇ, ਪ੍ਰੈਸ਼ਰ ਗਰੁੱਪ ਦਾ ਕੰਮ ਕਰਾਂਗੇ ਵੀ ਸਰਕਾਰਾਂ ਤੇ ਦਬਾਅ ਬਣਾ ਕੇ ਜਿਹੜਾ ਵਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਾਇਆ ਜਾ ਸਕੇ। ਮੋਰਚਾ ਹੁਣ ਜਮਾ ਫਤਿਹ ਵੱਲ ਆ ਗਿਆ, ਲੱਗਦਾ ਕਿ ਕੁਝ ਸਮੇਂ ਤੱਕ ਇਸ ਦਾ ਹੱਲ ਜਿਹੜਾ ਹੋ ਜਾਊਗਾ। ਉਹ ਕੀ ਕਾਰਨ ਸੀਗੇ ਕਿ ਜਿਹੜੀਆਂ ਉੱਥੇ 32 ਜਥੇਬੰਦੀਆਂ ਪੰਜਾਬ ਦੀਆਂ ਬੈਠੀਆਂ ਦੂਸਰੇ ਪਾਸੇ, ਉਹਨਾਂ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਏਕਾ ਨਹੀਂ ਕਰ ਸਕੀ? ਸ਼ੁਰੂ ਤੋਂ ਹੀ ਆਪਸ ਦੇ ਵਿੱਚ ਕਹਿ ਲਓ ਖਿੱਚੋਤਾਣ ਚੱਲਦੀ ਰਹੀ ਹੈ, ਆਪਸ ਦੇ ਵਿੱਚ ਇੱਕ ਦੂਸਰੇ ਦੀ ਪਿੱਠ ਨਾਲ ਪਿੱਠ ਜੋੜ ਕੇ ਬੈਠੇ ਰਹੇ ਆ, ਮੂੰਹ ਨਹੀਂ ਜੁੜੇ ਗਏ। ਕੀ ਵਜ੍ਹਾ ਸੀਗੀ ਜਿਹੜੀ ਲੱਗਦੀ ਹੈ ਕਿ ਇਸ ਕਰਕੇ ਅਸੀਂ ਇੱਕ ਦੂਜੇ ਦੇ ਨਾਲ ਇਕੱਠੇ ਨਹੀਂ ਹੋ ਸਕੇ? ਨਹੀਂ ਤਾਂ 33 ਵੀ ਹੋ ਸਕਦੀਆਂ ਸੀ। ਆ ਦੇਖੋ, 34 ਆਵੇਂ ਤਾਂ ਚਲੋ ਹਗਰਾਹਾਂ ਵਾਲੇ ਵੀ ਹੈਗੇ ਆ, ਤਾਂ ਉਹਦੇ 'ਚ ਹੈਗਾ ਵੀ ਦੇਖੋ, ਮੈਨੂੰ ਲੱਗਦਾ ਜਿਹੜੇ ਪੰਜਾਬ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਅੰਦੋਲਨ ਸ਼ੁਰੂ ਕੀਤਾ, ਆਪਣੀਆਂ ਸਰਗਰਮੀਆਂ ਬਹੁਤ ਨੇ, ਠੀਕ ਹੈ ਜੀ।
ਆਪਾਂ ਦੂਜਿਆਂ ਨੂੰ ਨਹੀਂ ਕਿਹਾ ਵੀ ਉਹਨਾਂ ਸਰਗਰਮੀਆਂ ਕਿਉਂ ਨਹੀਂ ਕੀਤੀਆਂ, ਆਪਾਂ ਨਹੀਂ ਕਦੀ ਕਹਿੰਦੇ। ਕਰੋਨਾ ਦੇ ਵਿੱਚ ਆਪਣਾ ਸਟੈਂਡ ਨਹੀਂ ਸੀਗਾ ਵੀ ਸਰਕਾਰ ਵਾਲਾ ਸਟੈਂਡ ਲੈ ਲਓ, ਮੂੰਹ ਬੰਨ ਲਓ, ਅੰਦਰ ਵੜ ਜਾਓ। ਜੀ ਕਰੋਨਾ ਤੇ ਵੀ ਸਾਡੀ ਪੋਜੀਸ਼ਨ ਅੱਡ ਸੀਗੀ, ਠੀਕ ਆ। ਤਾਂ ਅਸੀਂ ਪੂਰਾ ਲਲਕਾਰ ਕੇ ਲੜਦੇ ਰਹੇ ਸਰਕਾਰ ਨੂੰ। 24 ਸਤੰਬਰ ਨੂੰ ਅਸੀਂ ਰੇਲ ਰੋਕੋ ਸ਼ੁਰੂ ਕੀਤਾ, ਕਦੀ ਨਹੀਂ ਕਿਹਾ ਵੀ ਦੂਜਿਆਂ ਕਿਉਂ ਨਹੀਂ ਕੀਤਾ। ਸਾਡੀ ਇਹ ਪਹੁੰਚ, ਠੀਕ ਆ, ਅਗਲਾ ਆਪਦੇ ਹਿਸਾਬ ਨਾਲ ਕਰਦਾ, ਠੀਕ ਹੈ ਜੀ। ਬਾਕੀ ਤਾਲਮੇਲ ਪੰਜਾਬ 'ਚ ਵੀ, ਇਕੱਲਾ ਇੱਥੇ ਨਹੀਂ, ਪੰਜਾਬ ਜਦੋਂ ਹਜੇ ਕੋਈ ਵੱਡਾ ਮੋਰਚਾ ਬਣਨ ਤੋਂ ਪਹਿਲਾਂ ਵੀ ਜਿਹੜੀਆਂ ਕਾਲਸ ਆਈਆਂ ਸੀਗੀਆਂ ਉਹ ਵੀ ਆਪਾਂ ਰਿਕਾਰਡ ਕੱਢਿਆ ਜਾਂ ਸਭ ਤੋਂ ਵੱਧ ਜ਼ੋਰ ਨਾਲ ਲਾਗੂ ਕੀਤੀਆਂ ਹੈਗੀਆਂ, ਠੀਕ ਹੈ ਜੀ। ਤਾਂ ਇੱਥੇ ਦਿੱਲੀ 'ਚ ਵੀ ਕਰਦੇ ਰਹੇ, ਪੂਰਾ ਪ੍ਰੋਗਰਾਮ ਚੱਲਦਾ, ਅਜੇ ਵੀ ਤੁਸੀਂ ਸਾਰੇ ਕੱਢ ਲਓ। ਸੈਕੰਡਲੀ ਹੈਗਾ ਵੀ ਤੁਸੀਂ ਕੋਈ ਫੈਸਲਾ ਹੁੰਦਾ ਵਾ, ਮਤਲਬ ਜਿਹੜਾ 26 ਦਾ ਸੀਗਾ, ਸਪੈਸ਼ਲੀ ਆਪਾਂ ਵੀ ਮੀਟਿੰਗਾਂ ਕਰਦੇ ਰਹੇ, ਇਕੱਠੇ ਹੀ ਸਾਰੇ ਚੱਲਦੇ ਰਹੇ, ਤਾਲਮੇਲ ਕੋਈ ਇਤਰਾਜ਼ ਨਹੀਂ ਰਿਹਾ ਕਿਸੇ ਨੂੰ ਰਿਹਾ, ਸਾਰੇ ਆਉਂਦੇ ਜਾਂਦੇ ਰਹੇ। ਤਾਂ ਕੋਈ ਸਾਡੇ ਫੈਸਲੇ ਨਾਲ ਸਹਿਮਤ ਹੋਵੇ ਨਾ, ਫੈਸਲਾ ਤਾਂ ਸੰਯੁਕਤ ਮੋਰਚੇ ਦਾ ਹੀ ਸੀਗਾ, ਰਿੰਗ ਰੋਡ ਦਾ, ਅਸੀਂ ਉਹਨੂੰ ਲਾਗੂ ਕਰ ਲਿਆ, ਠੀਕ ਹੈ ਜੀ। ਜਿਹੜੀ ਕੋਈ ਫਰਕ ਤਰਕ ਰਹੇ ਉਹ ਵੀ ਮੰਨ ਲਏ ਵੀ ਯਾਰ ਉੱਥੇ ਆਪਾਂ ਉਹਦੇ ਤੇ ਜਨਤਾ ਬਹੁਤ ਜ਼ਿਆਦਾ ਸੀ, ਜਾਬਤਾ ਨਹੀਂ ਰੱਖ ਸਕੇ। ਪਰ ਉਸ ਕੇਂਦਰ ਸਰਕਾਰ ਦਾ ਟਰੈਪ ਵੀ ਸੀਗਾ ਜੋ ਸਾਹਮਣੇ ਆਇਆ। ਉਹਦਾ ਅਫਸੋਸ ਹੈ ਕਿ ਜੋ ਉਸ ਦਿਨ ਚੀਜ਼ਾਂ ਹੋਈਆਂ ਸੀਗੀਆਂ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ, ਉਹਨੂੰ ਥੋੜਾ ਜਿਹਾ ਸੰਭਾਲਿਆ ਜਾ ਸਕਦਾ ਸੀਗਾ ਉਹ। ਹਾਂ, ਜੇ ਅਸੀਂ ਜਾਬਤਾ ਰੱਖਦੇ, ਇੱਕ ਤਾਂ ਹੁੰਦਾ ਨਾ ਤੁਸੀਂ ਕੋਈ ਸਿਧਾਂਤਕ ਫੈਸਲਾ ਲੈਂਦੇ ਹੋ, ਸਿਧਾਂਤਕ ਤੌਰ ਤੇ ਤੁਹਾਨੂੰ ਉਹਦਾ ਸਾਰੀ ਉਮਰ ਮਲਾਲ ਹੁੰਦਾ। ਇੱਕ ਹੁੰਦਾ ਵੀ ਤੁਸੀਂ ਇੱਕ ਐਕਸ਼ਨ ਵਜੋਂ ਫੈਸਲਾ ਲੈਂਦੇ, ਐਕਸ਼ਨ ਦੇ ਵਿੱਚ ਉਹਦੇ ਵਿੱਚ ਮਤਲਬ ਕੋਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵਾ ਵੀ ਐਸ ਹੋ ਜਾਂਦੀਆਂ ਜਿਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਹੁੰਦੇ, ਥੋੜੇ 'ਚ ਪਾਈਆਂ ਜਾਂਦੀਆਂ। ਉਹ ਦੋ ਪੱਖ ਹੁੰਦੇ ਆ। ਸੈਕੰਡਲੀ ਹੈਗਾ ਵੀ ਕਿਹਾ ਜਾਂਦਾ ਹਿਸਟੋਰੀਕਲ ਪਲੇਸ ਆ ਵੀ ਉਹਦੇ ਤੇ ਝੰਡਾ ਨਹੀਂ ਸੀ ਚੜ੍ਹਨਾ ਚਾਹੀਦਾ, ਭਾਵੇਂ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ ਹੈਗਾ ਉਹ। ਪਰ ਸਵਾਲ ਤਾਂ ਵੀ ਝੰਡੇ ਤੋਂ ਉੱਥੇ 200 ਚੜਿਆ ਸੀਗਾ, ਸਾਡੀਆਂ ਜਥੇਬੰਦੀਆਂ ਦੇ ਚੜੇ ਸੀਗੇ, ਠੀਕ ਹੈ। ਉਹਨਾਂ ਝੰਡਿਆਂ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਇਹ ਸੱਚ ਲੱਗਦੀ ਵੀ ਜੇ ਨਿਸ਼ਾਨ ਸਾਹਿਬ ਤੇ ਕਿੰਤੂ ਪਰੰਤੂ ਕਰਾਂਗੇ ਫੇਰ ਹੀ ਖਾਲਿਸਤਾਨੀ ਬਣਾ ਸਕਦੇ, ਜਦ ਕਿ ਦੂਜੇ ਬੰਨੇ ਵਾਕਿਆ ਹੈ ਰਿਕਲ ਸਟੇਜ 'ਤੇ ਮਤਲਬ ਇਤਿਹਾਸਕ ਪਲੇਸ ਆ। ਤਾਂ ਤੁਸੀਂ ਰਾਜਸਥਾਨ ਦੇ ਹਾਈ ਕੋਰਟ ਤੇ ਭਾਜਪਾ ਦਾ ਝੰਡਾ ਝਾੜਿਆ, ਕਿਸੇ ਮੀਡੀਆ ਨੂੰ ਇਤਰਾਜ਼ ਹੋਇਆ ਜਾਂ ਕੋਈ ਕੇਸ ਹੋਏ, ਕੋਈ ਐਸਾ ਵੀ ਨਹੀਂ ਹੋਇਆ ਜਿਹੜਾ ਗੈਰ ਕਾਨੂੰਨੀ ਸੀ, ਭਾਵੇਂ ਨਹੀਂ ਹੋਣਾ ਚਾਹੀਦਾ। ਸਾਡਾ ਤਾਂ ਪ੍ਰੋਗਰਾਮ ਨਹੀਂ ਨਾ ਹੈਗਾ ਵੀ ਨਹੀਂ ਹੋਣਾ ਚਾਹੀਦਾ, ਜਿਹੜਾ ਕੋਈ ਲਾਗੇ ਚਾਗੇ ਹੋਇਆ। ਪਰ ਸਵਾਲ ਤਾਂ ਹੈ ਵੀ ਜਿਹਦੇ ਪਿੱਛੇ ਸਾਜ਼ਿਸ਼ ਸਾਫ਼ ਨਜ਼ਰ ਆਉਂਦਾ। ਤੁਸੀਂ ਉਸ ਮਸਲੇ 'ਚ ਤੁਹਾਡਾ ਅੱਡ ਪੁਆਇੰਟ ਆ, ਸਾਡਾ ਅੱਡ ਪੁਆਇੰਟ ਹੈ। ਤੁਸੀਂ ਉਸ ਪੱਖ ਤੇ ਕਹਿ ਕੇ ਬਚ ਸਕਦੇ ਵੀ ਸਾਡਾ ਪ੍ਰੋਗਰਾਮ ਨਹੀਂ ਹੈਗਾ। ਜੇ ਕਹਿਤਾ ਤਾਂ ਬੁਰਾਈ ਕੋਈ ਨਹੀਂ, ਅਸੀਂ ਨਹੀਂ ਸਮਝਦੇ। ਪਰ ਤੁਸੀਂ ਦੁਸ਼ਮਣ ਨੇ ਤਾਂ ਸਾਡੇ ਤੇ ਹਮਲਾ ਕਰਨਾ ਹੀ ਆ, ਦੁਸ਼ਮਣ ਤਾਂ ਸਾਡੇ ਤੇ ਵਾਰ ਕਰਨਾ। ਅੰਦਰੋਂ ਵਾਰ ਹੋਣ, ਅੰਦਰ ਵਾਲੇ ਵਾਰ ਜ਼ਿਆਦਾ ਘਾਤਕ ਹੁੰਦੇ ਆ। ਅੰਦਰ ਵਾਲੇ ਵਾਰ ਨਾਲ ਸਰਕਾਰ ਨੂੰ ਸ਼ਹਿ ਮਿਲੇ ਵੀ ਉਹ ਸਾਡੇ ਤੇ ਅਟੈਕ ਕੀਤਾ ਜਾਵੇ, ਔਰ ਜਦੋਂ ਅਟੈਕ ਹੋਵੇ ਤੁਸੀਂ ਨਾ ਉਹ ਆਮ ਪਬਲਿਕ ਆਉਣਾ ਚਾਹੁੰਦੀ, ਤੁਸੀਂ ਉਹਨੂੰ ਵੀ ਰੋਕੋ, ਠੀਕ ਹੈ। ਤਾਂ ਪੱਖ ਹੈ ਨਾ। ਤਾਂ ਜੇ ਤੁਸੀਂ ਇਹ ਕਹੋ ਵੀ ਇਹ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਾਲੇ ਸਰਕਾਰ ਨਾਲ ਰਲੇ ਹੋਏ ਆ, ਤਾਂ ਰਲਿਆਂ ਤੇ ਹਮਲਾ ਕਿਵੇਂ ਹੁੰਦਾ ਹੁੰਦਾ? ਰਲਿਆਂ ਤੇ ਤਾਂ ਕੋਈ ਹਮਲਾ ਨਹੀਂ ਨਾ ਕਰਦਾ ਹੁੰਦਾ ਵੀ ਆਪਦੇ ਗੁੰਡੇ ਲਿਆਵੇ, ਫੋਰਸ ਦੇ ਵਿੱਚ ਹਮਲਾ ਕਰੇ, ਹੰਝੂ ਗੈਸ ਮਾਰੇ, ਜ਼ੋਰ ਲਾਵੇ। ਉਹ ਵੱਖਰੀ ਗੱਲ ਆ ਵੀ ਸਾਡਾ ਕੈਡਰ ਲੜਾਕੂ ਸੀਗਾ, ਲੜਨ ਵਾਲਾ ਸੀਗਾ, ਅਸੀਂ ਸਾਰਾ ਤਸ਼ੱਦਦ ਝੱਲ ਕੇ ਇੱਥੋਂ ਸਟੇਜ ਨਹੀਂ ਛੱਡੀ ਹੈਗੀ। ਦੂਜਾ ਪੱਖ ਹੈਗਾ, ਹਾਂ ਕੋਈ ਸਾਡੇ ਨਾਲ ਆਵੇ ਚਾਹੇ ਨਾ ਆਵੇ, ਇੱਕ ਪੱਖ ਹੈ, ਪਰ ਸਾਡਾ ਵਿਰੋਧ ਤਾਂ ਨਾ ਕਰੇ, ਠੀਕ ਹੈ। ਉਹ ਚੀਜ਼ਾਂ ਨੇ ਗਾਹਾਂ ਦੂਰ ਕੀਤਾ ਵੀ ਇਹ ਆਪਣਿਆਂ ਦੀ ਕਾਰਵਾਈ ਨਹੀਂ ਹੋ ਸਕਦੀ। ਹਾਂ, ਆਪਾਂ ਵੀ ਜਵਾਬ ਉਸੇ ਟੋਨ ਵਿੱਚ ਦੇ ਸਕਦੇ। ਹੁਣ ਵੀ ਅਸੀਂ ਕਹਿੰਦੇ ਆ ਵੀ ਜਿਹੜਾ $2.5 ਲੱਖ ਕਹਿੰਦੇ ਵਿਦੇਸ਼ਾਂ ਤੋਂ ਆਇਆ, ਹੁਣ ਨਾ ਤਾਂ ਤੁਸੀਂ ਲਾਤਾ ਲੜਦੇ ਗਏ, ਉਹ ਸਾਨੂੰ ਦਵਾ ਤੇ ਕਿੱਥੇ ਆਇਆ, ਕਿੱਥੇ ਗਿਆ, ਕਿੱਧਰ ਨੂੰ ਆ, ਵੀ ਕਿਹੜੇ ਬੈਂਕ 'ਚੋਂ ਆਇਆ ਹੈਗਾ, ਕਿੱਥੇ ਗਿਆ ਸੀਗਾ। ਮੋਦੀ ਜੀ ਤਾਂ ਜਿਹੜੇ ਇੱਥੇ ਲੰਗਰ ਚੈਨਲ ਰਾਹੀਂ ਸੇਵਾ ਕਰਦੇ ਉਹਨਾਂ ਦੇ ਖਿਲਾਫ ਪੈ ਗਏ, ਉਹਨਾਂ ਨੂੰ ਪਤਾ, ਉਹਨੂੰ ਜਿਹੜੇ ਹਵਾਈ ਜੱਡੇ ਤੋਂ ਜਿਹੜਾ $2.5 ਲੱਖ ਵਿਦੇਸ਼ਾਂ ਤੋਂ ਆਇਆ ਕਿ ਥਰੂ ਆਇਆ, ਉਹ ਛੋਟੀ ਮੋਟੀ ਤਾਂ ਰਕਮ ਨਹੀਂ, ਉਹ ਗਈ ਕਿੱਥੇ ਆ, ਠੀਕ ਹੈ ਜੀ। ਤਾਂ ਉਹ ਅਫਵਾਹਾਂ ਵੀ 50 ਕਿੱਲੇ ਪੈਲੀ ਖਰੀਦ ਲਈ, ਤੁਸੀਂ ਕਿਸੇ ਦਾ ਵੀ ਆਧਾਰ ਕਾਰਡ ਲਾ ਲਓ ਤੇ ਪੈਲੀ ਦਾ ਪਤਾ ਲੱਗ ਜਾਂਦਾ ਆਨਲਾਈਨ ਵੀ ਕਿੱਥੇ, ਵੀ ਉਹ ਦੱਸ ਤਾਂ ਸੌ ਹੈ ਕਿੱਥੇ। ਤਾਂ ਇਸ ਕਿਸਮ ਦੀ ਇਲਜ਼ਾਮਬਾਜ਼ੀ, ਹਾਂ ਕਿਸੇ ਦੇ ਐਕਸ਼ਨ ਨਾਲ ਸਹਿਮਤ ਨਾ ਹੋਣਾ, ਠੀਕ ਆ, ਕਿਸੇ ਦੇ ਐਕਸ਼ਨ ਨੂੰ ਆਲੋਚਨਾ ਕਰਨਾ ਇਹ ਹੱਕ ਹੁੰਦਾ ਹਰ ਇੱਕ ਦਾ, ਕਰ ਸਕਦੇ ਆ। ਪਰ ਜਿਸ ਕਿਸਮ ਦੀ ਇਲਜ਼ਾਮਬਾਜ਼ੀ ਹੋਈ ਉਹ ਕੰਮ ਨਹੀਂ, ਉਹਨੇ ਸਗੋਂ ਸਰਕਾਰ ਨੂੰ ਸ਼ਹਿ ਦਿੱਤੀ ਹੈ। ਤਾਂ ਉਹਦਾ ਜਿਹੜਾ ਇਹਦੋਂ ਗਾਹਾਂ ਜਦੋਂ ਮੋਰਚਾ ਨਿਰਾਸ਼ਤਾ 'ਚ ਗਿਆ, ਉਹ ਫੈਕਟਰ ਰਹੇ ਨੇ। ਤੇ ਤੁਸੀਂ ਸਾਨੂੰ ਕਿਤੇ ਵੇਖ ਲਓ, ਅੱਜ ਤੋਂ ਲੈ ਕੇ ਕਵਰੇਜ ਕੀਤਾ, ਸਾਨੂੰ ਤੁਸੀਂ ਮੂੰਹ ਤੇ ਬੈਠੇ ਕਿ ਸਾਡੀ ਕਦੀ ਗਿਣਤੀ ਨਾ ਤਾਂ ਡਿੱਗੀ ਤੇ ਨਾ ਅਸੀਂ ਕਦੀ ਨਿਰਾਸ਼ ਹੋਏ। ਅਸੀਂ ਤਾਂ 2024 ਤੱਕ ਦੇ ਤੇ ਪੱਖ ਰਹੇ ਨੇ, ਵਿਅਕਤੀਗਤ ਕਦੀ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ ਸਾਡਾ, ਇਕੱਠੇ ਲੜਦੇ ਰਹੇ। ਅਸੀਂ ਇਹ ਨਹੀਂ ਸਮਝਿਆ ਵੀ ਕਾਲ ਕੌਣ ਕਰ ਰਿਹਾ, ਠੀਕ ਹੈ ਜੀ। ਅਸੀਂ ਇਹ ਵੇਖਿਆ ਵੀ ਕਾਲ ਕਿਹਦੇ ਲਈ ਆ। ਕਾਲ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਲਈ, ਹੱਕ ਲਈ ਆ। ਵਿਰੋਧ ਕਿਹਦੇ ਆ? ਮੋਦੀ ਸਰਕਾਰ ਦੇ। ਅਸੀਂ ਲਾਗੂ ਕਰਦੇ, ਸਾਨੂੰ ਇਹ ਅੱਜ ਵੀ ਕੋਈ ਰੌਲਾ ਨਹੀਂ। ਕਾਲ ਚੰਗੀ ਹੋਣੀ ਚਾਹੀਦੀ, ਦਬਾਅ ਪਾਓ ਹੋਣੀ ਚਾਹੀਦੀ ਆ, ਕਰ ਰਹੇ ਕੀਤਾ ਵੀ ਆ, ਤਾਂ ਇਹ ਕੋਈ ਰੌਲਾ ਨਹੀਂ। ਹੁਣ ਕਿਸੇ ਨੂੰ ਲੱਗਦਾ ਵੀ ਕੋਈ ਅੱਜ ਲੈ ਜੂ
ਕੋਈ ਮੀਡੀਆ 'ਚ ਵੱਧ ਉੱਭਰ ਕੇ ਅੱਜ ਨਹੀਂ ਖੜ ਸਕਦਾ। ਤੁਸੀਂ ਪੰਜਾਬ ਦਾ ਪਿੰਡਾਂ 'ਚ ਆਇਓ, ਤੁਸੀਂ ਦੇਖੋ। ਸੋ ਅਸੀਂ 3 ਗੁਣਾ ਅਗੇਂਸਟ ਕੀਤਾ ਪੰਜਾਬ ਦੇ ਵਿੱਚ। ਤਾਂ ਹੁਣ ਅਸੀਂ ਜਾਵਾਂਗੇ, ਜਦੋਂ ਜੇ ਵੇਲੇ ਨਿਬੜ ਜਾਂਦਾ ਵਿਹਲੇ ਹੋਵਾਂਗੇ, ਤੁਸੀਂ ਦੇਖਿਓ ਪੰਜਾਬ 'ਚ ਕਿੰਨਾ ਦਾ ਝੰਡਾ ਘੁੰਮਦਾ, ਕਿਹੜੇ ਪੰਜਾਬ ਪੱਧਰ ਉੱਪਰ ਦੇ ਜੇ ਇੱਥੋਂ ਨਿਕਲ ਕੇ ਪੰਜਾਬ 'ਚ ਕੱਲ ਨੂੰ ਆਪਣਾ 13-14 ਰੇਲ ਰੋਕੋ। ਤੁਸੀਂ ਦੇਖ ਲਿਓ, ਸਾਡਾ ਕੈਡਰ ਦੇਖ ਲਿਓ, ਠੱਡੀ ਢਲਾਈ ਦੇਖ ਲਓ। ਜੇ ਅਸੀਂ ਲੋਕਾਂ 'ਚ ਗਰਾਊਂਡ ਤੇ ਕੰਮ ਕਰ ਰਹੇ ਤਾਂ ਲੋਕ ਸਾਡੇ ਨਾਲ ਆ ਵੀ ਰਿਹਾ। ਅੱਜ ਦਾ ਜਥਾ ਆਇਆ ਤੁਹਾਡੇ ਸਾਹਮਣੇ, ਤਾਂ ਇਹੋ ਜਿਹੀ ਕੋਈ ਗੱਲ ਨਹੀਂ। ਸਾਡਾ ਨਿਸ਼ਾਨਾ ਇੱਕ ਹੈ, ਸਾਡਾ ਦੁਸ਼ਮਣ ਇੱਕ ਹੈ। ਸਾਨੂੰ ਦੁਸ਼ਮਣ ਨੂੰ ਮੌਕਾ ਨਹੀਂ ਦੇਣਾ ਚਾਹੀਦਾ। ਮੰਨ ਲਓ ਕੋਈ ਗਲਤੀ ਕਰ ਜਾਵੇ, ਹੋਰ ਕੋਈ ਗਲਤੀ ਕਰਦੇ, ਸਾਨੂੰ ਮੌਕਾ ਮਿਲੇ, ਅਸੀਂ ਓਪਨਲੀ ਕਿਉਂ ਬੋਲੀਏ ਮੀਡੀਆ ਕਿਸੇ ਦੇ ਖਿਲਾਫ ਜੇ ਘੋਲ 'ਚ ਆ? ਕਿਉਂਕਿ ਦੁਸ਼ਮਣ ਨੂੰ ਮੌਕਾ ਮਿਲੂ। ਹਾਂ, ਅੰਦਰ ਗਰਾਊਂਡ ਜਦੋਂ ਵਿਹਲੇ ਹੋਵਾਂਗੇ ਉਹਦੀ ਆਲੋਚਨਾ ਕਰ ਲਾਂਗੇ। ਠੀਕ ਲੱਗਿਆ ਉਹ ਕਿਉਂ ਖੁੱਲ ਕੇ ਬੋਲੇ? ਕੀ ਕਾਰਨ ਤੁਹਾਨੂੰ ਕੀ ਲੱਗਦਾ, ਕੀ ਕਾਰਨ ਸੀਗੇ? ਮੈਨੂੰ ਇਹ ਤਾਂ ਹੁਣ ਉਹ ਦੱਸ ਸਕਦੇ, ਇਹਦੇ ਬਾਰੇ ਮੈਂ ਕੁਝ ਕਹਾਂ ਤਾਂ ਠੀਕ ਨਹੀਂ ਹੈਗਾ। ਇਹ ਤਾਂ ਕੁਝ ਗੱਲਾਂ ਆਪਸ ਦੇ ਵਿੱਚ ਤਾਂ ਗੱਲਾਂ ਬਾਤਾਂ ਕੀਤੀਆਂ ਹੀ ਹੋਣਗੀਆਂ, ਵਿਚਾਰ ਤਾਂ ਕੀਤੀ ਹੋਣੀ ਨਾ ਇਹਦੇ ਤੇ। ਨਹੀਂ ਦੇਖੋ, ਇਹ ਕੀ ਕਹਿ ਸਕਦੇ ਵੀ ਹਉਮੈ ਹੋ ਸਕਦੀ ਆ ਜਾਂ ਉੱਭਰ ਜਾਣਾ ਕਿਸੇ ਦਾ, ਉਹ ਰਾਸ ਨਹੀਂ ਆਇਆ ਹੋ ਸਕਦਾ, ਕੋਈ ਹੋ ਸਕਦਾ, ਉਹ ਦੱਸ ਸਕਦੇ ਰੀਜਨ। ਪਰ ਮੈਂ ਤਾਂ ਕਹਿੰਦਾ ਸਾਡੀ ਪਾਲਿਸੀ ਕੀ ਜਥੇਬੰਦੀ ਜੀ, ਅਸੀਂ ਉਹਦੇ ਨਾਲ ਭਾਵੇਂ ਸਹਿਮਤ ਨਾ ਹੋਈਏ, ਕਿਸੇ ਤੇ ਵੀ ਅਟੈਕ ਹੋ ਜੇ ਅਸੀਂ ਉਹਦੀ ਸਪੋਰਟ ਕਰਾਂਗੇ। ਉਹ ਗਲਤ ਵੀ ਹੋਵੇ, ਦੁਸ਼ਮਣ ਦੇ ਹੱਕ 'ਚ ਨਹੀਂ ਖੜਾਂਗੇ, ਉਹਨਾਂ ਦੇ ਹੱਕ 'ਚ ਖੜਾਂਗੇ। ਹਾਂ, ਉਹਨੂੰ ਬਚਾ ਕੇ ਬਾਅਦ 'ਚ ਉਹਨੂੰ ਕਹਾਂਗੇ ਵੀ ਤੂੰ ਗਲਤ ਕੀਤਾ, ਪਰ ਮੌਕਾ ਦੁਸ਼ਮਣ ਨੂੰ ਨਹੀਂ ਦੇਵਾਂਗੇ ਵੀ ਉਹ ਦੁਸ਼ਮਣ ਉਹਦੇ ਤੇ ਵਾਰ ਕਰੇ, ਕਿਉਂਕਿ ਹੈ ਤਾਂ ਸਾਡੇ ਹੀ ਆ। ਕੀ ਲੱਗਿਆ ਸੀਗਾ ਜਦੋਂ ਇੱਥੇ ਅਟੈਕ ਹੋਇਆ? ਅਸੀਂ ਵੀ ਉਹ ਚੀਜ਼ਾਂ ਵੇਖੀਆਂ ਕਿ ਇੱਥੇ ਕੁਝ ਲੋਕ ਆਏ, ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ, ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਗਈ, ਔਰ ਇੱਥੋਂ ਤੱਕ ਸੀਗਾ ਕਿ ਪੁਲਿਸ ਵੀ ਉਹਨਾਂ ਨੂੰ ਸ਼ਹਿ ਦੇ ਰਹੀ ਸੀ ਕਿ ਰੋਕਣ ਦੀ ਬਜਾਏ ਉਹਨਾਂ ਨੂੰ ਅੱਗੇ ਵੱਲ ਧੱਕਿਆ ਜਾ ਰਿਹਾ ਸੀ। ਉਦੋਂ ਲੱਗਿਆ ਵੀ ਹੁਣ ਬਾਕੀ ਸਾਡਾ ਸਾਥ ਜੇਕਰ ਨਹੀਂ ਦੇ ਰਹੇ ਤੇ ਸਾਨੂੰ ਇੱਥੋਂ ਉੱਠ ਕੇ ਚਲੇ ਜਾਣਾ ਚਾਹੀਦਾ, ਇਹ ਨਾ ਹੋਵੇ ਕੱਲ ਨੂੰ ਵੱਡਾ ਹਮਲਾ ਸਾਡੇ ਉੱਤੇ ਕਰ ਦੇਣ। ਨਾ, ਕਦੇ ਨਹੀਂ ਲੱਗਿਆ। ਕਿਉਂਕਿ ਤੁਸੀਂ ਦੇਖੋ, ਮੈਂ ਤੁਹਾਨੂੰ ਆਖਿਆ ਸਭ ਤੋਂ ਅੰਗਰੇਜ਼ ਸਿੰਘ ਬਾਕੀਪੁਰ ਦਾ ਉੱਥੇ ਕਾਂਡ ਹੋਇਆ ਵਾ, ਪਿੱਦੀ ਗੋਲੀ ਕਾਂਡ ਹੈ। ਸਾਡੇ ਤੇ ਪੰਜਾਬ ਵਿੱਚ 8-10 ਵੱਡੇ ਘੱਲੂਘਾਰੇ ਹੋ ਚੁੱਕੇ, ਠੀਕ ਹੈ, ਤੇ ਸ਼ਹੀਦ ਵੀ ਹੋਏ ਬੰਦੇ। ਤਾਂ ਅਸੀਂ ਸਰਕਾਰ ਦਾ ਰਿਪਰੈਸ਼ਨ ਪਹਿਲੀ ਵਾਰ ਨਹੀਂ ਸੀ ਚੱਲਿਆ, ਤੇ ਸਾਡੇ ਤਜਰਬੇ ਸੀ ਇਸ ਕੰਮ ਵਾਲੇ। ਤਾਂ ਅਸੀਂ ਕਹਿੰਦੇ ਸੀ ਵੀ ਸਰਕਾਰ ਵੱਡੀ, ਉਹਨਾਂ ਨੂੰ ਕਹਿਤਾ ਸੀ ਵੀ ਬੰਦਾ ਸਾਡੇ ਕੋਲ 5000 ਤੁਹਾਨੂੰ ਮਾਰਨਾ ਪੈਣਾ, ਕੋ ਅੱਧੇ 10,000 ਤੋਂ ਅੱਧੇ ਤਾਂ ਲੜਨਗੇ, ਤਾਂ ਇਹਦੋਂ ਪਿੱਛੋਂ ਤੁਸੀਂ ਨਹੀਂ ਪੁੱਟ ਸਕਦੇ ਸਾਨੂੰ। ਤਾਂ ਅਗਲਿਆਂ ਨੂੰ ਵੀ ਬੰਦੇ ਮਾਰਤੇ ਤਾਂ ਬਹੁਤ ਵੱਡਾ ਘੱਲੂਘਾਰਾ, ਵੀ ਬੰਦੇ ਮਾਰ ਕੇ ਨਹੀਂ ਸਟੇਜ ਲਾਉਣੀ। ਜਿੰਨੇ ਕੁੱਟੇ ਜਾਂਦੇ ਆ, ਡਰਾਏ ਜਾਂਦੇ ਆ, ਯਤਨ ਪੂਰਾ ਹੋਇਆ, ਉਹ ਤੋਂ ਮਤਲਬ ਪਿੱਛੇ ਹਟ ਕੇ ਵੀ ਨਹੀਂ ਇਹ ਬੰਦੇ ਆੜਨ ਵਾਲੇ। ਤਾਂ ਅਸੀਂ ਕਹਿਤਾ ਸੀ ਵੀ ਯਾਰ ਤਕੜੇ ਜੇ ਮਾਰਿਆਂ ਤੋਂ ਬਗੈਰ ਤੁਹਾਨੂੰ ਸਟੇਜ ਦੇ ਦਾਂਗੇ, ਕਦੀ ਨਹੀਂ ਉਸਦਾ। ਤਾਂ ਸਾਡੇ ਮਨ ਸੀਗਾ ਵੀ ਅਸੀਂ ਕੀ ਕਰਨਾ, ਪੰਜਾਬ ਜਾ ਕੇ ਕੀ ਕਰਨਾ, ਠੀਕ ਹੈ, ਐਡੀ ਵੱਡੀ ਲਹਿਰ ਆ ਜੀ, ਕੋਈ ਲੱਗ ਤੁਸੀਂ ਗਲਤੀ ਕਰ ਲਈ ਜਾਂ ਉਹ ਕੀ ਕਹਿੰਦੇ ਆ ਤਾਂ ਤੁਸੀਂ ਸੰਭਲੋ, ਅਸੀਂ ਤਿਆਰ ਹਾਂ, ਸਾਡਾ ਐਕਸ਼ਨ ਹੀ ਸੰਭਲਾਂਗੇ। ਮੈਂ ਤਾਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਮਦਦ ਨਹੀਂ ਕਰ ਸਕਦੇ, ਤੁਸੀਂ ਵਿਰੋਧ ਵੀ ਨਾ ਕਰੋ, ਦੁਸ਼ਮਣ ਨੂੰ ਮੌਕਾ ਨਾ ਦਿਓ। ਤੁਹਾਡੇ ਵਿਰੋਧ 'ਚੋਂ ਦੁਸ਼ਮਣ ਨੂੰ ਮੌਕਾ, ਸਰਕਾਰ ਤਾਂ ਮਰੀ ਪਈ ਸੀ, ਸਿੱਧਾ ਹੀ ਸੀਗਾ ਵੀ ਸਰਕਾਰ ਦੀ ਕੀ ਜ਼ਰੂਰਤ ਸੀ, ਸਰਕਾਰ ਕੁਛ ਕਰਦੀ। ਜਦੋਂ ਅੰਦਰੋਂ ਤੁਹਾਡੇ ਅੰਦਰ ਫੁੱਟ ਪੈਂਦੀ ਆ, ਜਦੋਂ ਤੁਹਾਡੀਆਂ ਅੰਦਰ, ਉਦੋਂ ਸਰਕਾਰ ਨੂੰ ਮੌਕਾ ਮਿਲਦਾ ਵੀ ਹੁਣ ਫੁੱਟੇ ਪਏ ਆ। ਤੇ ਇੱਕ ਨੈਰੇਟਿਵ ਐਂ ਬਣਾਤਾ ਗਾ ਦੇਸ਼ ਦਰੋਹੀ ਦਾ, ਜਿਵੇਂ ਮੌਪ ਲਿੰਚਿੰਗ ਵਾਲਾ ਸਾਡੇ ਖਿਲਾਫ ਨੈਰੇਟਿਵ ਸੀਗਾ ਪੂਰਾ, ਜੋ ਕੁਝ ਬੋਲਿਆ ਤੇ ਕਿਹਾ ਗਿਆ। ਤਾਂ ਜੇ ਅਸੀਂ ਸਾਡਾ ਪੱਖ ਸਹੀ ਸੀਗਾ, ਜਦੋਂ ਲੋਕਾਂ ਨੂੰ ਸਾਡੇ ਤੇ ਹਮਲਾ ਹੋ ਗਿਆ, ਸਾਰੀ ਗੱਲ ਦੁਨੀਆ 'ਚ ਗਈ, ਤਾਂ ਲੋਕ ਉਮੜ ਕੇ ਸਾਡੇ ਨਾਲ ਆ ਗਏ। ਆਹ ਲੋਕਲ ਲੋਕ ਕਿਤੇ ਨੇ ਸਾਨੂੰ ਨਹੀਂ ਛੱਡਿਆ, ਸਾਡੇ ਨਾਲ ਖੜੇ ਸੀ। ਉਹਨਾਂ ਨੂੰ ਲੱਗਿਆ ਵੀ ਨਹੀਂ ਬੰਦੇ ਠੀਕ ਹੈ, ਅਸਲ ਨੈਰੇਟਿਵ ਗਲਤ ਬਣਾ ਦਿੱਤਾ ਗਿਆ ਇਹਨਾਂ ਖਿਲਾਫ। ਤਾਂ ਸਰਕਾਰ ਇੱਕ ਸਾਜ਼ਿਸ਼ ਤਹਿਤ ਸਾਰਾ ਕੁਝ ਕਰ ਰਹੀ ਸੀ। ਤਾਂ ਜੇ ਆਪਣੇ ਵੀ ਉਹ ਸਟੇਟ ਵਾਲੀ ਬੋਲੀ ਬੋਲਣ, ਸਟੇਟ ਤਾਂ ਬੋਲੇ, ਤਾਂ ਠੀਕ ਨਹੀਂ ਹੁੰਦਾ। ਨਿਹੰਗ ਸਿੰਘਾਂ ਦਾ ਵੀ ਸਾਥ ਸਮਝਦੇ ਹੋ ਕਿ ਉਸ ਸਮੇਂ ਤੇ ਦਿੱਤਾ ਗਿਆ ਸੀਗਾ ਜਦੋਂ ਇਸ ਤਰ੍ਹਾਂ ਹੋਇਆਗਾ, ਤੇ ਉਹ ਵੀ ਅੱਗੇ ਆ ਕੇ ਖੜੇ? ਦੇਖੋ, ਜਦੋਂ ਤੁਸੀਂ ਵੀ ਇੱਥੇ ਸੀਗੇ, ਜਦੋਂ ਸੰਘਰਸ਼ ਹੋਇਆ ਉਦੋਂ ਤਾਂ ਆਪਾਂ ਹੀ ਸੀਗੇ, ਪਰ ਬਾਅਦ 'ਚੋਂ ਆਏ ਮਗਰੋਂ ਵੀ ਸਾਨੂੰ ਜਦੋਂ ਸੱਦੋਗੇ ਅਸੀਂ ਆਵਾਂਗੇ। ਕੋਈ ਕਿਸੇ ਨੇ ਵੀ, ਮੈਂ ਨਹੀਂ ਕਹਿੰਦਾ, ਜਿੰਨਾ ਵੀ ਕੈਡਰ ਸੀਗਾ ਸਾਰੀਆਂ ਜਥੇਬੰਦੀਆਂ ਦਾ, ਨਿਹੰਗ ਸਿੰਘ ਵੀ ਹੋਣ ਹੋਰ ਵੀ, ਸਾਰੇ ਸਾਡੇ ਕੋਲ ਆਏ। ਅਸੀਂ ਸਾਰੇ ਆ ਕੇ ਮਿਲਦੇ ਰਹੇ, ਫਲਾਣੀ ਜਥੇਬੰਦੀ ਪਰੰਦਾ ਤੁਹਾਡੇ ਨਾਲ, ਠੀਕ ਆ। ਉਦੋਂ ਨਹੀਂ ਆਉਂਦੇ ਤਾਂ ਤੁਸੀਂ ਇੱਕ ਵਾਰੀ ਆਵਾਜ਼ ਮਾਰੋ। ਪਰ ਲੋਕਾਂ ਦਾ ਪਿਆਰ ਬਹੁਤ ਸੀਗਾ, ਐ ਨਹੀਂ ਕਹਿੰਦੀ, ਭਾਵੇਂ ਉਹਨਾਂ ਦਾ ਕੈਡਰ ਸੀਗਾ, ਆਮ ਮਾਰੇ ਲੋਕ ਸੀ, ਉਹਨਾਂ ਦੇ ਬੰਦੇ ਆ ਕੇ ਇੱਥੇ ਰਾਤ ਪਹਿਰੇ ਵੀ ਦਿੰਦੇ ਰਹੇ, ਸਾਡੇ ਨਾਲ ਖੜੇ ਵੀ, ਕਿਉਂਕਿ ਸਾਡੀ ਸਾਂਝੀ ਮੰਗ ਸੀ ਨਾ, ਸਾਡਾ ਆਪਸੀ ਤਾਂ ਲੋਕਾਂ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ, ਆਗੂਆਂ ਦਾ ਹੋ ਸਕਦਾ। ਅਸੀਂ ਕਦੀ ਨਿੱਜੀ ਤੌਰ ਤੇ ਕਦੀ ਕਿਸੇ ਨਾਲ ਨਹੀਂ ਰੱਖਿਆ ਹੈਗਾ। ਜਿਹੜੀ 26 ਵਾਲੀ ਘਟਨਾ ਹੋਈ ਸੀਗੀ, ਚਲੋ ਤੁਹਾਡੇ ਤੇ ਇਲਜ਼ਾਮ ਲਗਾ ਦਿੱਤੇ ਜਾਂਦੇ ਆ ਜਾਂ ਤੁਹਾਡੀ ਜਥੇਬੰਦੀ ਸਭ ਤੋਂ ਮੂਹਰੇ ਸੀਗੀ, ਕਿਉਂਕਿ ਅਸੀਂ ਦੇਖਿਆ ਜਦੋਂ ਬੈਰੀਗੇਟਿੰਗ ਟੁੱਟੇ ਹੈ ਤਾਂ ਉਸ ਸਮੇਂ ਤੁਹਾਡੀ ਜੀਪ ਜਿਹੜੀ ਹੈ ਉਹ ਸਭ ਤੋਂ ਅੱਗੇ ਸੀ, ਜਾਂ ਜਥੇਬੰਦੀ ਤੁਹਾਡੀ ਸਭ ਤੋਂ ਅੱਗੇ ਸੀ। ਉਸ ਸਮੇਂ ਜਿਨ੍ਹਾਂ ਲੋਕਾਂ ਦੇ ਉੱਤੇ ਮੁਕੱਦਮੇ ਦਰਜ ਹੋਏ ਹੈ, ਜਿਹੜੇ ਲਾਲ ਕਿਲ੍ਹੇ ਤੇ ਪਹੁੰਚ ਗਏ, ਜਿਹੜੇ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦਾ ਮੁਕੱਦਮਾ ਉਹਨਾਂ ਤੇ ਦਰਜ ਹੋਇਆ, ਉਹਨਾਂ ਦਾ ਪਿਛੋਕੜ ਜਿਹੜਾ ਉਹ ਖੇਤੀ ਕਾਨੂੰਨਾਂ ਨੂੰ ਹੀ ਲੈ ਕੇ ਸੀਗਾ। ਯਾਨੀ ਕਿ ਇਸ ਲੜਾਈ ਦੇ ਵਿੱਚ ਉਹ ਆਏ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਜਾ ਰਹੇ ਹਾਂ। ਤਾਂ ਕੀ ਜੇਕਰ ਉਹ ਵਾਲੀ ਜਥੇਬੰਦੀਆਂ ਇਹ ਕਹਿੰਦੀਆਂ ਕਿ ਨਹੀਂ ਹਾਲੇ ਚਲੋ ਬਾਅਦ ਦੇ ਵਿੱਚ ਇਹ ਮਸਲਾ ਹੱਲ ਹੋ ਜਾਊਗਾ, FIR ਜਿਹੜੀਆਂ ਦਰਜ ਹੋਈਆਂ ਉਹ ਬਾਅਦ ਦੇ ਵਿੱਚ ਕੋਈ ਨਾ ਸਰਕਾਰ ਜੇਕਰ ਕਰ ਦੇਗੀ, ਤਾਂ ਤੁਹਾਡੀ ਜਥੇਬੰਦੀ ਦਾ ਫਿਰ ਉਹਦੇ ਉੱਤੇ ਕੀ ਸਟੈਂਡ ਹੋਊਗਾ? ਦੇਖੋ, ਅਸੀਂ ਤਾਂ ਟੋਟਲੀ ਕਿਹਾ ਵੀ ਕੇਸ ਕੋਈ ਵੀ ਹੋਵੇ,
ਚਾਹੇ ਉਹ ਲਾਲ ਕਿਲ੍ਹੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਨੂੰ ਲੈ ਕੇ ਹੋਣ, ਚਾਹੇ ਇੱਥੇ ਕਰੋਨਾ ਕਾਲ ਨੂੰ ਲੈ ਕੇ ਹੋਣ, ਚਾਹੇ ਆ ਸਾਡੇ ਤੇ 307 ਦੇ ਹੋਣ, ਚਾਹੇ ਦੇਸ਼ ਭਰ ਵਿੱਚ ਹਰਿਆਣੇ 'ਚ ਬੜੇ ਕੇਸ ਪਾਏ ਨੇ, ਯੂਪੀ 'ਚ ਵੀ ਕੇਸ ਬੜੇ ਨੇ, ਸਾਰੇ ਕੇਸ ਰਿਮੂਵ ਹੋਣੇ ਚਾਹੀਦੇ ਆ। ਠੀਕ ਆ, ਅਸੀਂ ਤਾਂ ਕਹਿੰਦੇ ਵੀ ਉਹਦੇ ਲਈ ਸਾਨੂੰ ਕਮਿਟਮੈਂਟ ਹੋਣਾ ਚਾਹੀਦਾ। ਬਾਕੀ ਓਵਰਆਲ ਹਜੇ ਸਰਕਾਰ ਕਹਿ ਰਹੀ ਅਸੀਂ ਕਰਾਂਗੇ, ਹਜੇ ਇਹਦੇ ਬਾਰੇ ਹਤਮੀ ਨਹੀਂ ਕੁਝ ਕਿਹਾ ਜਾ ਸਕਦਾ। ਦੇਖਦੇ ਹਾਂ ਗਾਂ ਕੀ ਹੁੰਦਾ, ਫਿਰ ਉਹਦੇ ਤੇ ਫੈਸਲਾ ਕਰਾਂਗੇ। 26 ਵਾਲੀ ਘਟਨਾ ਤੇ ਤੁਹਾਡੇ ਹਾਂ ਹੈਗੇ, ਸਾਡੇ ਤੇ ਵੀ ਹੈਗੇ ਪਰਚੇ। ਕਾਹਦਾ ਕੀ ਪਰਚਾ, ਕੀ ਧਾਰਾ ਲਗਾਈਆਂ? ਸਾਰਿਆਂ ਤੇ ਉਹ 307 ਦੇ ਪਰਚੇ ਨੇ, ਸਾਡੇ ਪ੍ਰਧਾਨ ਤੇ ਵੀ ਉਹੀ ਨੇ। ਠੀਕ ਆ ਜੀ, ਮੇਰੇ ਤੇ ਵੀ ਨੇ, ਸਾਡੇ ਤੇ 4 ਆਗੂਆਂ ਤੇ ਇੱਥੇ 307 ਦੇ ਨੇ, 40 ਆਗੂਆਂ ਉਹਨਾਂ ਨੇ ਹਮਲੇ ਕਰਾਏ ਨੇ ਸੀ, ਤਾਂ ਉਹਦੇ ਤੇ ਵੀ ਹੈਗੇ ਨੇ। ਇੱਕ ਕਰੋਨਾ ਵਾਲਾ, ਸਾਡੇ ਤੇ ਦਿੱਲੀ ਦੇ ਪਰਚੇ 3-4 ਨੇ। ਉਹਦੇ ਬਾਬਤ ਕਦੇ ਪੁੱਛਗਿੱਛ ਹੋਈ ਹੈ? ਕਦੇ ਅੱਗੇ ਚੱਲਿਆ ਕੋਈ ਉਹਦੇ ਤੇ ਜਾਂਚ ਜਿਹੜੀ? ਨਾ ਕੋਈ ਇਹੋ ਜੀ ਗੱਲ ਨਹੀਂ ਹੋਈ। ਉਹਨਾਂ ਨੂੰ ਪਤਾ ਪੁਲਿਸ ਵਾਲੇ ਤੇ ਲਾਗੇ ਤੁਰੇ ਫਿਰਦੇ ਰਹਿੰਦੇ ਆ ਵੀ ਭਾਈ ਇਹ ਬੰਦੇ ਤਾਂ ਉੱਥੇ ਆਏ ਨਹੀਂ। ਉਹਦਾ ਸਾਨੂੰ ਨੈਰੇਟਿਵ ਬਣਾਉਣਾ। ਜਿਹੜੇ ਲਾਲ ਕਿਲ੍ਹੇ ਤੇ, ਮੈਨੂੰ ਲੱਗਦਾ ਕੋਈ ਮੇਰੀ ਨਜ਼ਰ 'ਚ ਨਹੀਂ ਆਇਆ ਵੀ ਕੋਈ ਆਗੂ ਲਾਲ ਕਿਲ੍ਹੇ ਸੀਗਾ, ਕੋਈ ਵੀ ਨਹੀਂ, ਭਾਵੇਂ ਕਿਸੇ ਤੇ ਵੀ ਦੂਜੇ ਤੇ ਕੀਤਾ, ਕਿਉਂਕਿ ਹੈ ਹੀ ਨਹੀਂ ਸੀ। ਉਹਨਾਂ ਨੂੰ ਪਤਾ ਵੀ ਜਦੋਂ ਇਹਨਾਂ ਦੀ ਮੋਬਾਈਲ ਟਰੇਸ ਕੀਤੇ ਤਾਂ ਉਹ ਉੱਥੇ ਦਿਖਣੇ ਨਹੀਂ ਹੈਗੇ, ਤਾਂ ਉਹ ਫਸਾਉਣ ਵਾਸਤੇ ਸਾਰਾ ਕੁਝ ਕੀਤਾ ਕਿ ਉਹਨਾਂ ਨੂੰ ਪਤਾ, ਉਹ ਸਾਰਾ ਕੁਝ ਉਹਨਾਂ ਦੀ ਨਿਗਾਹ 'ਚ ਸੀਗਾ ਵੀ ਕਿੱਥੇ ਕਿਹੜਾ ਆਗੂ ਖੜੂਗਾ। ਉਹਨਾਂ ਨੇ ਵਿੱਚ ਕਈ ਫੋਟੋਆਂ ਜਾਰੀ ਕੀਤੀਆਂ ਸੀਗੀਆਂ, ਇੱਕ ਵੈਬਸਾਈਟ ਤੋਂ ਫੋਟੋ ਜਾਰੀ ਹੋਈਆਂ ਕਿ ਆ ਇੱਥੇ ਹੈਗੇ ਆ। ਉਹ ਸਿਰਫ ਇੱਕ ਏਜੰਡਾ ਪ੍ਰੋਪੇਗੈਂਡਾ ਬਣਾਇਆ ਗਿਆ ਸੀ। ਆ ਦੇਖਿਆ NBT, ਮੈਨੂੰ ਹੁਣ ਨਾਂ ਭੁੱਲ ਗਿਆ, ਤੁਹਾਡੀ ਮੀਡੀਆ ਦੀ ਇੱਕ ਸੰਸਥਾ ਵਾ ਜਿਹੜੀ ਚੈਨਲਾਂ ਨੂੰ ਕੰਟਰੋਲ ਕਰਦੀ, ਉਹਨੇ ਕਿਵੇਂ ਫਟਕਾਰ ਲਾਈ ਜੀ ਨਿਊਜ਼ ਨੂੰ ਵੀ ਤੁਸੀਂ ਉਦੋਂ ਕਿਸਾਨਾਂ ਨੂੰ ਬਦਨਾਮ ਕਰ ਲਈ, ਜਿਹੜੀ ਆਹ ਵੀਡੀਓ 2-4 ਪਾਈਆਂ ਉਹਨਾਂ ਨੂੰ ਰਿਮੂਵ ਕਰੋ, ਤੁਸੀਂ ਝੂਠ ਬੋਲਿਆ, ਤੁਹਾਨੂੰ ਰਿਮੂਵ ਕਰ ਰਹੇ ਆ। ਤਾਂ ਉਹ NBT ਤੋਂ ਲੱਗਦਾ ਸੀਗਾ ਵੀ ਇਹ ਸਾਰਾ ਕੁਝ ਮਤਲਬ ਇੱਕ ਪਲੈਨਿੰਗ ਦਾ ਹਿੱਸਾ ਸੀ ਨਾ। ਤੁਹਾਡੇ ਖਿਲਾਫ ਜਦੋਂ ਕੋਈ ਕਾਰਵਾਈ ਕਰਨੀ ਹੈ, ਮੰਨ ਲਓ ਉੱਥੇ ਨਿਸ਼ਾਨ ਸਾਹਿਬ ਝੂਲ ਗਏ, ਉਹਦੇ 1 ਘੰਟੇ ਬਾਅਦ ਸਾਰੇ ਦੇਸ਼ 'ਚ ਗੱਲ ਚੱਲ ਜਾਣੀ, ਐ ਨਹੀਂ ਜਾਂਦੀ ਹੁੰਦੀ। ਉਹਨੂੰ ਜੇ ਸਟੱਡੀ ਕਰਕੇ ਘੱਲਿਆ ਜਾਵੇ ਤਾਂ ਲੱਗਣਗੇ 10 ਘੰਟੇ, ਤਾਂ ਉਹ 1-1.5 ਘੰਟੇ ਸਾਰੀ ਗੱਲ ਚਲੀ ਗਈ। ਇਹਦਾ ਮਤਲਬ ਪਹਿਲੋਂ ਪਲਾਨ ਸੀਗਾ ਵੀ ਆਹ ਚੀਜ਼ ਹੋ ਜਾਵੇ ਤੇ ਅਸੀਂ ਐ ਬਦਨਾਮ ਕਰ ਲਾਂਗੇ, ਤਾਂ ਉਹ ਪਲੈਨਿੰਗ ਨਾਲ ਸਾਰਾ ਕੁਝ ਕੀਤਾ ਗਿਆ ਸੀ। ਹੁਣ ਕੀ ਇਸ ਤੋਂ ਬਾਅਦ ਪੰਜਾਬ ਦੀ ਲੜਾਈ ਵੀ ਲੜਨੀ ਚਾਹੀਦੀ ਹੈ? ਉੱਥੇ ਵੀ ਇਸੇ ਤਰ੍ਹਾਂ ਇਕੱਠੇ ਹੋ ਕੇ ਲੋਕਾਂ ਨੂੰ, ਕਿਉਂਕਿ ਪੰਜਾਬ ਦੇ ਮਸਲੇ ਮੈਨੂੰ ਲੱਗਦਾ ਇਸ ਤੋਂ ਵੀ ਵੱਡੇ ਆ। ਨਹੀਂ ਕਿਉਂ ਨਹੀਂ, ਦੇਖੋ ਐਤਕੀ ਵੀ ਬਹੁਤ ਸਾਰੇ ਬੰਦੇ ਇਲੈਕਸ਼ਨ ਵਾਲੇ ਜਿਨ੍ਹਾਂ ਨਾਲ ਅਸੀਂ ਇਕੱਠੇ ਵਿਚਾਰਧਾਰਕ ਮਤਭੇਦ ਹੋਣ, ਸੰਘਰਸ਼ ਦੇਣ, ਇਸ ਕਰਕੇ ਸੰਘਰਸ਼ ਕੀਤਾ ਵੀ ਮੁੱਦੇ ਵੱਡੇ ਨੇ, ਸਿਰੋਂ ਵੱਡੇ ਨੇ, ਸਰਕਾਰ ਬੜੀ, ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ। ਸਾਡੇ ਮਤਭੇਦ ਆਪਣੇ ਥਾਂ ਰਹਿਣੇ ਨੇ, ਪਰ ਕੋਈ ਵੀ ਪੰਜਾਬ ਦੇ ਹਿੱਤਾਂ ਲਈ, ਦੇਸ਼ ਦੇ ਹਿੱਤਾਂ ਲਈ, ਕਿਸਾਨਾਂ ਮਜ਼ਦੂਰਾਂ ਦਾ ਸੰਘਰਸ਼ ਅਸੀਂ ਪਿੱਛੇ ਨਹੀਂ ਹਟਾਂਗੇ, ਲੜਨਾ ਚਾਹੀਦਾ। ਕਰਜ਼ਾ ਬਹੁਤ ਵੱਡਾ, 1.5 ਲੱਖ ਕਰੋੜ ਕਰਜ਼ਾ ਪੰਜਾਬ ਦੇ ਕਿਸਾਨਾਂ ਸਿਰ ਆ, 3 ਲੱਖ ਕਰੋੜ ਰੁਪਇਆ ਪੰਜਾਬ ਸਟੇਟ ਦੇ ਸਰਕਾਰ ਸਿਰ ਤੇ ਹੈਗਾ, ਨਸ਼ਿਆਂ ਦਾ ਦੌਰ ਚੱਲ ਰਿਹਾ, ਬੇਰੁਜ਼ਗਾਰੀ ਅੰਤਾਂ ਦੀ ਹੈਗੀ ਆ, ਤਾਂ ਬਹੁਤ ਵੱਡੇ ਮੁੱਦੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਲੈ ਕੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਆ। ਮੇਰਾ ਅਖੀਰਲਾ ਸਵਾਲ ਹੈ, ਇੱਥੇ ਸਾਲ ਹੋ ਗਿਆ ਕਿਸਾਨਾਂ ਨੂੰ ਡਟੇ ਹੋਏ, ਕਿੰਨਾ ਕੁ ਔਖਾ ਸੀਗਾ ਕਿਸਾਨਾਂ ਨੂੰ ਇੱਥੇ ਲੈ ਕੇ ਆਉਣਾ, ਲੋਕਾਂ ਨੂੰ ਇੱਥੇ ਲੈ ਕੇ ਆਉਣਾ, ਜਾਂ ਫਿਰ ਲੋਕ ਆਪ ਮੁਹਾਰੇ ਪਹੁੰਚਦੇ ਸੀਗੇ? ਜੇਕਰ ਕਿਉਂਕਿ ਜਦੋਂ ਲੰਬੇ ਸੰਘਰਸ਼ ਚੱਲਦੇ ਆ ਤੇ ਕਈ ਵਾਰ ਨੈਗੇਟਿਵਿਟੀ ਵੀ ਆਉਣ ਲੱਗ ਪੈਂਦੀ ਹੈ ਕਿ ਪਤਾ ਨਹੀਂ ਜਿੱਤਾਂਗੇ ਨਹੀਂ ਜਿੱਤਾਂਗੇ, ਆਪਣੇ ਕੰਮਕਾਰ ਵੀ ਹਰੇਕ ਨੇ ਵੇਖਣੇ ਆ, ਪਹਿਲਾਂ ਵਾਲਾ ਮੇਲਾ ਜਿਹੜਾ ਪਹਿਲੇ ਦਿਨ ਵਾਲਾ ਉਹ ਨਹੀਂ ਰਹਿੰਦਾ ਹੁੰਦਾ, ਤਾਂ ਕਿੰਨਾ ਕੁ ਔਖਾ ਸੀਗਾ, ਕੀ ਮੁਸ਼ਕਲਾਂ ਆਉਂਦੀਆਂ ਸੀ? ਦੇਖੋ ਨੈਰੇਟਿਵ ਬਹੁਤ ਬਣਾਏ ਭਾਜਪਾ ਦੇ IT ਸੈੱਲ ਨੇ, ਸਰਕਾਰ ਨੇ, ਕਾਮਰੇਡ ਵਰਸਸ ਪੰਥਕ, ਠੀਕ ਹੈ, ਨਿਹੰਗ ਵਰਸਸ ਕਾਮਰੇਡ, ਠੀਕ ਹੈ, ਬੜਾ ਕੁਛ ਨੈਰੇਟਿਵ ਪੰਜਾਬ 'ਚ ਹੋਇਆ, ਨੌਜਵਾਨ ਵਰਸਸ ਬਜ਼ੁਰਗ, ਬੜਾ ਕੁਛ ਚੱਲਿਆ ਹੈ। ਤਾਂ ਉਹ ਸਾਰੀਆਂ ਚੀਜ਼ਾਂ ਨੇ ਸਾਨੂੰ ਫੇਸ ਕਰਨਾ ਪਿਆ, ਪਰ ਨਿਰਾਸ਼ਤਾ ਨਹੀਂ ਕਦੀ ਹੋਈ। ਸਾਨੂੰ ਲੱਗਿਆ ਵੀ ਜਦੋਂ ਅਸੀਂ ਲੋਕਾਂ 'ਚ ਜਾ ਕੇ ਕੰਮ ਕੀਤਾ, ਵਿਚਾਰ ਗੱਲ, ਉਹਨਾਂ ਨੇ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ, ਸਾਨੂੰ ਆਪਦੇ ਕੈਡਰ ਤੋਂ ਕਦੀ ਨਹੀਂ ਹੋਇਆ, ਤਾਂ ਅਸੀਂ ਕੰਮ ਕੀਤਾ, ਸਾਨੂੰ ਕਦੀ ਵੀ ਲੋਕਾਂ ਨੂੰ, ਹਾਂ ਇਹ ਕਹਿ ਸਕਦੇ ਵੀ ਜਿਹੜੀ ਆਪ ਮੁਹਾਰੇ ਆਮ ਜਨਤਾ ਹੁੰਦੀ ਸੀ, ਆਪ ਮੁਹਾਰੇ ਉਹ ਨਹੀਂ ਸੀ ਰਿਹਾ, ਪਰ ਸਾਡੇ ਕੈਡਰ ਬੇਸ ਲੋਕ ਸਾਡੇ ਨਾਲ ਆਉਂਦੇ ਵੀ ਰਹੇ, ਲੜਦੇ ਵੀ ਰਹੇ। ਤਾਂ ਨਿਰਾਸ਼ਤਾ 'ਚ ਵੀ ਲੋਕਾਂ 'ਚ, ਅਸੀਂ ਤਾਂ 2024 ਤੱਕ ਜਦੋਂ ਪਹਿਲੋਂ ਸੋਚ ਲਿਆ ਸੀ ਵੀ 2024 ਤੱਕ ਇਹਨੂੰ ਹਰਾਉਣਾ ਵਾ, ਤਾਂ ਜਦੋਂ ਪੁਆਇੰਟ ਬਣਾ ਕੇ ਦੱਸ ਦਿੱਤੇ ਆ ਵੀ ਜੇ ਮੰਗਾਂ ਹੁੰਦੀਆਂ ਤਾਂ ਅਸੀਂ ਸਮਝੌਤਾ ਕਰ ਜਾਂਦੇ, ਮੰਗਾਂ 'ਤੇ ਸਮਝੌਤਾ ਕਰ ਲਓ, 2 ਮੰਗੇ ਜਾਂ ਨੂੰ ਤਿਆਰ ਹੈ। ਇਹ ਤੁਹਾਡੇ ਭਵਿੱਖ ਦਾ ਸਵਾਲ ਆ, ਇਹ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਦਾ ਸਵਾਲ। ਜਦੋਂ ਇਹ ਤੱਥ ਉਹਨਾਂ ਗਾੜੀ ਰੱਖੇ ਵੀ ਮੌਤ ਉੱਧਰ ਵੀ ਆ ਤੇ ਮੌਤ ਉਹ ਇਹ ਅਣਖ ਦੀ ਮੌਤ ਆ, ਇੱਥੇ ਲੜ ਕੇ ਮਰਨਾ ਉਹ ਕੁੱਤੇ ਦੀ ਮੌਤ ਆ, ਫਿਰ ਲੋਕਾਂ ਨੇ ਚੂਜ਼ ਕੀਤਾ ਅਣਖ ਦੀ ਮੌਤ ਨੂੰ ਵੀ ਨਹੀਂ, ਹਟਣਾ ਨਹੀਂ ਹੈਗਾ। ਹਾਂ ਮੁਸ਼ਕਲ ਜ਼ਰੂਰ ਰਿਹਾ, ਮੁਸ਼ਕਲ ਤਾਂ ਕੋਈ ਵੀ ਸੰਘਰਸ਼ ਸਾਰੇ ਮੁਸ਼ਕਲ ਹੁੰਦੇ ਆ, ਪਰ ਨਾਮੁਮਕਿਨ ਨਹੀਂ ਸਾਨੂੰ ਲੱਗਾ ਵੀ ਕਦੀ ਵੀ ਅਸੀਂ ਮਨੋਂ ਹਾਰੇ ਹੋਈਏ ਵੀ ਇਹ ਨਹੀਂ ਹੋ ਸਕਦਾ, ਸੰਭਵ ਰਿਹਾ ਸਾਰਾ ਕੁਝ। ਕਿੰਨੇ ਦਿਨਾਂ ਤੱਕ ਵਾਪਸੀ ਦੀ ਉਮੀਦ ਹੈ? ਦੇਖੋ ਇਹ ਹਾਲੇ ਇਹਦੇ ਬਾਰੇ ਕੋਈ ਪੱਕਾ ਕਹਿਣਾ ਠੀਕ ਨਹੀਂ ਹੈਗਾ, ਦੇਖਦੇ ਹਾਂ ਗਾਂ ਕੀ ਹੁੰਦਾ, ਲੱਗਦਾ ਵੀ ਸਿਰੇ ਲੱਗੂਗਾ। ਬਿਲਕੁਲ ਜੀ, ਇਹ ਸਨ ਸਰਵੰਤ ਸਿੰਘ ਪੰਧੇਰ। ਕਾਫੀ ਗੱਲਾਂ ਬਾਤਾਂ ਮੁੱਦਿਆਂ ਦੇ ਉੱਤੇ ਹੋਈਆਂ ਨੇ, ਔਰ ਹਾਲੇ ਵੀ ਆਸ ਜਿਹੜੀ ਹੈ ਉਹ ਜ਼ਰੂਰ ਹੈਗੀ ਆ ਵਾਪਸ ਜਾਣ ਦੀ, ਪਰ ਕਦੋਂ ਮੁੜਾਂਗੇ
ਇਸ ਗੱਲ ਦੇ ਉੱਤੇ ਸਹੀ ਤੌਰ ਦੇ ਉੱਤੇ ਨਹੀਂ ਦੱਸ ਪਾ ਰਿਹਾ ਕੋਈ ਵੀ ਆਗੂ, ਨਾ ਹੀ ਕਿਸਾਨ, ਕਿਉਂਕਿ ਹਾਲੇ ਵੀ ਸਰਕਾਰ ਦੀ ਮਨਸ਼ਾ ਦੇ ਉੱਤੇ ਸਵਾਲ ਇਹਨਾਂ ਦੇ ਵੱਲੋਂ ਖੜੇ ਕੀਤੇ ਜਾਂਦੇ ਆ, ਖਦਸ਼ੇ ਜਤਾਏ ਜਾ ਰਹੇ ਆ। ਹੁਣ ਦੇਖਣਾ ਇਹ ਹੋਏਗਾ ਕਿ ਕਦੋਂ ਕਿਸਾਨਾਂ ਦੀ ਘਰ ਵਾਪਸੀ ਹੁੰਦੀ ਹੈ ਤੇ ਉਹਨਾਂ ਦੇ ਮਸਲੇ ਹੱਲ ਹੁੰਦੇ ਨੇ। ਕੈਮਰਾਮੈਨ ਪੰਕਜ ਦੇ ਨਾਲ ਮੈਂ ਜਤਿੰਦਰ ਸਿੰਘ, FII ਮੀਡੀਆ, ਕੁੰਡਲੀ ਬੋਰਡ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।